ਲਾਈਨ 'ਚ 16 ਸਾਲ ਹੋ ਗਏ। ਜਦ ਮੈਂ 9th ਕਲਾਸ ਦਾ ਸੀਗਾ, ਜਦ ਉਸ ਟਾਈਮ 9th ਕਲਾਸ 'ਚ ਸੀਗਾ, ਮੈਂ ਬੋਡੀ ਬਿਲਡਿੰਗ ਲਾਈਨ ਨੂੰ ਸ਼ੁਰੂ ਕੀਤਾ ਸੀਗਾ। ਮੈਨੂੰ ਬਹੁਤ ਵਧੀਆ ਲਾਈਨ ਲੱਗਦੀ ਸੀ। ਜਦ ਆਪਾਂ ਲੋਕਾਂ ਨੂੰ ਫਿੱਟ ਕਰਦੇ ਸੀ, ਆਪ ਬੋਡੀ ਬਿਲਡਿੰਗ 'ਚ ਸੀਗੇ, ਵਧੀਆ ਲੱਗਦਾ ਸੀ। ਲੋਕ ਦੇਖਦੇ ਸੀ ਕਿ ਹਾਂ ਵੀ ਇਹਨਾਂ ਦੇ ਸਰੀਰ ਵਧੀਆ ਤਾਕੜ ਹੈਗੇ ਆ। ਚਲੋ ਟ੍ਰੇਨਿੰਗ ਕੀਤੀ, ਮਿਹਨਤ ਲਾਈ, ਜਿਮ ਬੜੇ ਬਣਾਏ, ਪਰ ਹੌਲੀ ਹੌਲੀ ਨਾ ਸਭ ਕੁਝ ਇੱਦਾਂ ਲੱਗਦਾ ਕਿ ਅੱਜ ਮੈਂ ਲਾਈਨ ਹੀ ਗਲਤ ਚੁਣ ਲਈ ਆ। ਮੈਨੂੰ ਫੀਲ ਹੁੰਦਾ ਕਿ ਮੈਂ ਲਾਈਨ ਹੀ ਗਲਤ ਚੁਣ ਲਈ ਆ। ਇੱਕ ਕਹਾਵਤ ਆ, ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ, ਜਿੰਨੇ ਮੂੰਹ ਉਨੀਆਂ ਗੱਲਾਂ, ਪਰ ਅੱਜ ਮੂੰਹ ਬਥੇਰੇ ਆ, ਪਰ ਗੱਲ ਇੱਕ ਹੀ ਆ ਕਿ ਜਿਮ ਸਾਡੇ ਖੋਲ੍ਹ ਦਿੱਤੇ ਜਾਣ। ਅੱਜ ਦੇ ਟਾਈਮ 'ਚ ਨਸ਼ਾ ਕਰਨਾ ਕੋਈ ਪਰਚਾ ਨਹੀਂ ਹੈਗਾ, ਕੰਮ ਕਰਨ ਦੇ ਪਰਚਾ ਜੀ। ਤੁਸੀਂ ਕੰਮ ਕਰਕੇ ਦਿਖਾ ਦਿਓ, ਪਰਚਾ ਹੈਗਾ ਤੁਹਾਡੇ ਤੇ। ਚਲੋ ਆਪਾਂ ਦੁਕਾਨ ਦੀ ਵੀ ਗੱਲ ਲੈ ਲੈਂਦੇ ਹਾਂ। ਅਗਰ ਸ਼ਾਇਦ ਇਹਨਾਂ ਦੀ 5 ਵਜੇ ਤੋਂ ਬਾਅਦ ਦੁਕਾਨ ਖੁੱਲ੍ਹ ਜੇ ਤਾਂ ਪਰਚਾ ਆਲਮੋਸਟ ਹੈਗਾ ਹੀ ਹੈ। ਅਗਰ ਆਪਾਂ ਸ਼ਰਾਬ ਦੇ ਠੇਕੇ ਦੀ ਗੱਲ ਕਰਦੇ, ਤੁਸੀਂ ਸ਼ਰਾਬ ਲੈਣੀ ਨਾ, ਤੁਸੀਂ 8-5 ਛੱਡੋ ਤੋਂ ਰਾਤੀ ਤੁਹਾਨੂੰ 11:30 ਵਜੇ ਤੱਕ ਜਾਂ 12 ਵਜੇ ਤੱਕ ਵੀ ਸ਼ਰਾਬ ਤੁਹਾਨੂੰ ਅਵੇਲੇਬਲ ਮਿਲ ਜਾਏਗੀ। ਪਹਿਲਾਂ ਤਾਂ ਆਪਾਂ ਸੁਣਦੇ ਸੀ ਕਿ ਜਿੱਦਾਂ ਨਸ਼ੇੜੀ ਆ ਡਰਿੰਕ ਕਰਕੇ ਮਰ ਗਿਆ ਜਾਂ ਉਹ ਇੰਜੈਕਸ਼ਨ ਕਰਕੇ ਮਰ ਗਿਆ, ਬਹੁਤ ਗੱਲਾਂ ਆਪਾਂ ਸੁਣੀਆਂ। ਹੁਣ ਤਾਂ ਭਲਵਾਨ ਹੀ ਮਰ ਰਹੇ ਆ। ਹੁਣ ਇਹਨੂੰ ਆਪਾਂ ਚੰਗੀ ਗੱਲ ਕਹੀਏ ਕਿ ਇਹਨੂੰ ਮਾੜੀ ਗੱਲ ਕਹੀਏ, ਆਪਾਂ ਇਹਨੂੰ ਸੈਂਟਰ ਸਰਕਾਰ ਦੀ ਕਹਿ ਦਈਏ ਕਸੂਰ ਕੱਢ ਦਈਏ ਜਾਂ ਸਟੇਟ ਗੌਰਮੈਂਟ ਦੀ ਗਲਤੀ ਕੱਢ ਦਈਏ। ਜੀ ਪਿਛਲੇ ਸਾਲ ਸਾਡੇ ਜਿਮ ਬੰਦ ਹੋ ਗਏ ਸੀਗੇ। ਉਸ ਟਾਈਮ ਮੈਨੂੰ ਵੀ ਇੱਕ ਵਾਰ ਆਇਆ ਸੀਗਾ ਆਪਣਾ ਸੁਸਾਈਡ ਕਰਨ ਦਾ, ਬਟ ਮੇਰੇ ਉਸ ਟਾਈਮ ਵਾਈਫ ਸੀਗੇ। ਉਹਨੇ ਮੈਨੂੰ ਹੌਸਲਾ ਦਿੱਤਾ ਕਿ ਹਾਂ ਵੀ ਆਪਣੇ ਬੱਚੇ ਆ, ਉਹਨਾਂ ਦੀ ਕੇਅਰ ਕਰਨ ਵਾਲਾ ਕੌਣ। ਹੁਣ ਮੈਂ ਜਾਂ ਤਾਂ ਕੰਮ ਚੱਲਦਾ ਹੁੰਦਾ ਸੀਗਾ ਦਿਨੇ ਦਾ ਟਾਈਮ, ਚਲੋ ਸਪੈਂਡ ਹੋ ਜਾਂਦਾ ਸੀਗਾ ਥੋੜ੍ਹਾ ਬਹੁਤਾ। ਜਾਂ ਸਰਕਾਰ ਨੇ ਸਾਡੇ ਕੰਮ ਹੀ ਖੋਲ੍ਹੇ, ਸਾਡੇ ਹੁਣ ਰਹਿ ਕੀ ਗਿਆ, ਸਾਰਾ ਦਿਨ ਘਰੇ ਰਹੋ, ਸੋਚੀ ਜੋ ਇੱਕ ਚੀਜ਼ ਸੋਚੀ ਜੋ। ਜਾਂ ਤਾਂ ਮੈਂ ਆਪਣੇ ਆਪ ਨੂੰ ਫਾਹਾ ਲਾ ਲੈਂਦਾ, ਜਾਂ ਤਾਂ ਮੈਂ ਕੁਝ ਹੋਰ ਕਰ ਲੈਂਦਾ, ਜਾਂ ਤਾਂ ਮੈਂ ਨਸ਼ਾ ਕਰ ਲੈਂਦਾ। ਤਾਂ ਇਸ ਤੋਂ ਬੈਟਰ ਕਿ ਮੈਂ ਨਸ਼ਾ ਹੀ ਕਰ ਲਿਆ। ਘੱਟੋ ਘੱਟ 2 ਪੈਗ ਲਾ ਕੇ 3 ਪੈਗ ਲਾ ਕੇ ਘੱਟੋ ਘੱਟ ਤਸੱਲੀ ਨਾਲ ਨੀਂਦ ਤਾਂ ਆ ਜਾਂਦੀ ਸੀਗੀ। ਚੀਜ਼ ਸੀਗੀ ਕਿ ਲੋਕੀ ਕਹਿੰਦੇ ਸੀ ਆਪਾਂ ਕੰਮ ਕਰੀਏ, ਕੰਮ ਹੀ ਸਾਡੀ ਪੂਜਾ। ਅੱਜ ਦੇ ਟਾਈਮ 'ਚ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ। ਤੁਸੀਂ ਇਹ ਕਹਿ ਲਓ ਨਸ਼ਾ ਹੀ ਪੂਜਾ ਹੈ, ਠੀਕ ਹੈ। ਸ਼ਾਇਦ ਤੁਹਾਨੂੰ ਕੋਈ ਚੀਜ਼ਾਂ ਮਿਲੇ ਨਾ ਮਿਲੇ, ਕੋਈ ਚੀਜ਼ ਅਵੇਲੇਬਲ ਤੁਹਾਨੂੰ ਮਿਲੇ ਨਾ ਮਿਲੇ, ਬਟ ਤੁਹਾਨੂੰ ਡਰਿੰਕ ਅਵੇਲੇਬਲ ਹੋ ਸਕਦੀ ਹੈ। ਇੱਕ ਚੀਜ਼ ਮੈਂ ਦੇਖ ਲਈ ਸੀ ਪਿੱਛੇ, ਸਰਕਾਰ ਨੇ ਮੇਰੇ ਕੋਲ ਪੰਜਾਬ ਗੌਰਮੈਂਟ ਨੇ 3 ਦਿਨ ਲਈ ਬੰਦ ਕੀਤਾ ਸੀ, ਸਭ ਕੁਝ ਬੰਦ ਕਰਤਾ ਸੀ। ਆਈ ਹੋਪ ਠੇਕੇ ਵੀ ਬੰਦ ਕਰਦੇ ਸੀ। ਸਿਰਫ 3 ਦਿਨ ਇਹਨਾਂ ਕੋਲ ਜਰ ਨਹੀਂ ਹੋਇਆ, ਸਿਰਫ 3 ਦਿਨ। ਉਹ ਸਾਡੇ ਜਿਮ ਦਾ ਪਿਛਲੇ 18 ਤਰੀਕ ਤੇ ਬੰਦ ਆ। ਪਿਛਲੀ ਵਾਰ ਸਾਡੇ ਜਿਮ ਬੰਦ ਕੀਤਾ ਸੀ 18 ਮਾਰਚ ਨੂੰ, ਖੋਲ੍ਹੇ ਸੀ 5 ਅਗਸਤ ਨੂੰ। ਇਸ ਵਾਰ ਕੀ ਕੀਤਾ, 18 ਅਪ੍ਰੈਲ ਨੂੰ ਬੰਦ ਕਰ ਦਿੱਤੇ। ਹੁਣ ਜਿਮ ਵਾਲਾ ਕੀ ਕਰੇਗਾ, ਸੁਸਾਈਡ ਨਹੀਂ ਕਰੇਗਾ, ਕੀ ਕਰੇਗਾ। ਬਟ ਮੈਂ ਅੱਜ ਦੇ ਟਾਈਮ 'ਚ ਕਹਿੰਦਾ ਮੈਂ ਲਾਈਨ ਬਹੁਤ ਗਲਤ ਚੁਣ ਲਈ ਹੈ। ਮੈਂ ਗਲਤ ਚੁਣ ਲਈ ਹੈ। ਕਿਉਂ? ਸ਼ਾਇਦ ਅਗਰ ਹੋਰ ਕੋਈ ਲਾਈਨ ਚੁਣੀ ਹੁੰਦੀ, ਹੋਰ ਕੋਈ ਕੰਮ ਸੋਚਿਆ ਹੁੰਦਾ, ਸ਼ਾਇਦ ਨਹੀਂ। ਮੈਨੂੰ ਇਹ ਬੋਡੀ ਬਿਲਡਿੰਗ ਨੂੰ 16 ਸਾਲ ਹੋ ਗਏ, 16 ਸਾਲ। ਇੱਕ 16 ਸਾਲ ਇਸ ਲਾਈਨ ਨੂੰ ਦੇਣ ਤੋਂ ਬਾਅਦ ਮੈਂ ਕਹਿ ਰਿਹਾ ਕਿ ਇਹ ਲਾਈਨ ਮੈਂ ਗਲਤ ਚੁਣ ਲਈ। ਅਗਰ ਮੈਨੂੰ ਲੱਗਦਾ ਨਾ, ਮੈਨੂੰ ਪ੍ਰਾਊਡ ਫੀਲ ਹੁੰਦਾ ਸੀਗਾ ਯਾਰ ਮੈਂ ਫਿੱਟ ਹਾਂ, ਸਾਰੇ ਮੇਰੇ ਮੁੰਡੇ ਆਉਂਦੇ ਆ ਯਾਰ, ਚਲੋ ਆਪਾਂ ਸੋਚ ਕੇ ਨਾ 2 ਮੁੰਡੇ ਗਲਤ, ਘੱਟੋ ਘੱਟ ਆਪਾਂ ਇਹ ਤਾਂ ਕਹਿ ਸਕਦੇ 98 ਬੰਦੇ ਤਾਂ ਆਪਾਂ ਸਹੀ ਕਰ ਰਹੇ ਹਾਂ। ਪਰ ਅੱਜ ਆਪਾਂ ਕੀ ਕਹਿੰਦੇ ਆ, ਜਦ ਕੋਈ ਬੰਦਾ ਮੇਰੀ ਵੀ ਇੰਟਰਵਿਊ ਦੇਖਦਾ ਹੋਊਗਾ, ਮੇਰੀ ਵੀ ਇੰਟਰਵਿਊ ਦੇਖ ਰਹੇ ਹੋਣਗੇ, ਕਈ ਮੇਰੇ ਸਟੂਡੈਂਟ ਦੇਖ ਰਹੇ ਹੋਣ, ਅਗਲੇ ਕੀ ਸੋਚਦੇ ਕਿ ਸਾਡਾ ਕੋਚ ਕੀ ਗੱਲ ਕਹਿ ਰਿਹਾ। ਸਾਨੂੰ ਪਤਾ ਇਸ ਟਾਈਮ ਕਰੋਨਾ ਮਹਾਮਾਰੀ ਚੱਲਦੀ ਪਈ ਹੈ, ਸਾਨੂੰ ਪਤਾ ਹੈ ਅਸੀਂ ਇਹ ਤੋਂ ਬਚਾਅ ਵੀ ਕਰਾਂਗੇ ਹਰ ਚੀਜ਼। ਕਿਉਂ ਇੱਕ ਕਹਿੰਦੇ ਨੇ ਬਚਾਓ ਮੇਂ ਹੀ ਬਚਾਓ ਹੈ, ਪਰ ਬਚਾਓ ਮੇਂ ਬਚਾਓ ਘੱਟੋ ਘੱਟ ਸਾਨੂੰ ਕੁਛ ਤਾਂ ਪੈਨਸ਼ਨ ਦਿੱਤੀ ਜਾਣ। ਚਲੋ ਆਪਾਂ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਖੜੇ, ਪੂਰੀ ਤਰ੍ਹਾਂ ਖੜੇ। ਜਿਮ ਵੀ ਕਲੋਜ਼ਡ ਹੈ, ਘੱਟੋ ਘੱਟ ਸਾਡੇ EMIs ਰੋਕ ਦਿੱਤੀ ਜਾਣ ਥੋੜ੍ਹੇ ਦਿਨ, ਸਾਡੇ ਬਿਜਲੀ ਦੇ ਬਿੱਲ ਰੋਕ ਦਿੱਤੇ ਜਾਣ, ਸਾਡੇ ਰੈਂਟ ਥੋੜ੍ਹੇ ਦਿਨ ਰੋਕ ਦਿੱਤੇ ਜਾਣ। ਸਰਕਾਰ ਐਡਾ ਤਾਂ ਕਰ ਸਕਦੀ, ਐਡੀ ਤਾਂ ਪਾਵਰ ਹੈਗੀ। ਮੇਰੇ ਨਿਊਜ਼ ਦੇਖ ਰਿਹਾ ਸੀ, ਆਪਣੀ ਬੇਟੀ ਕੋਲ ਬੈਠਾ ਸੀਗਾ, ਤਾਂ ਉੱਥੇ ਲਿਖਿਆ ਆ ਰਿਹਾ ਸੀਗਾ ਦਿੱਲੀ ਦੇ ਵਿੱਚ ਕਿ ਜਿਹੜੀ ਡਰਿੰਕ ਆ ਉਹ ਹੋਮ ਡਿਲੀਵਰੀ ਕੀਤੀ ਜਾਏਗੀ। ਆਈ ਐਮ ਸ਼ੌਕ ਕਿ ਹੁਣ ਡਰਿੰਕ ਵੀ ਹੋਮ ਡਿਲੀਵਰੀ ਕੀਤੀ ਜਾਏਗੀ। ਅੱਗੇ ਤਾਂ ਚਲੋ ਫੂਡ ਹੋ ਗਿਆ ਜਾਂ ਕੁਛ ਅਦਰ ਚੀਜ਼ਾਂ ਹੋ ਗਈ, ਉਹਦਾ ਡਿਲੀਵਰੀ ਤਾਂ ਮੰਨਿਆ ਸੀਗਾ। ਅਸੀਂ ਇਸ ਚੀਜ਼ ਨੂੰ ਐਗਰੀ ਹੁੰਦੇ ਹਾਂ ਵੀ ਚਲੋ ਕੋਈ ਕਾਰਨ ਤੇ ਜਿਮ ਨਹੀਂ ਖੋਲ੍ਹਣਾ, ਪਰ ਸਾਡੀ ਆਵਾਜ਼ ਤਾਂ ਸੁਣੋ। ਅਸੀਂ ਤੁਹਾਡੇ ਮੂਹਰੇ ਆਪਣਾ ਪੱਖ ਰੱਖੀਏ। ਜਦ ਬਾਜ਼ਾਰ ਖੁੱਲ੍ਹੇ, ਸਾਰਾ ਕੁਝ ਖੁੱਲ੍ਹਾ, ਇੰਡਸਟਰੀ ਦੇ ਵਿੱਚ 500 ਬੰਦਾ ਕੰਮ ਕਰਦਾ ਇੱਕ ਛੱਤ ਦੇ ਨੀਚੇ, ਠੀਕ ਹੈ ਜੀ। ਉੱਥੇ ਕਰੋਨਾ ਨਹੀਂ ਫੈਲਦਾ। ਮਾੜਾ ਤੁਸੀਂ ਸੜਕ ਤੇ ਕੈਮਰਾ ਘੁਮਾਓ ਜੀ, ਵੀਰ ਜੀ ਦੇਖੋ, ਆ ਦੇਖੋ ਬਾਹਰ ਰੇਹੜੀਆਂ ਤੋਂ 4-4 ਬੰਦੇ ਲੱਗੇ ਖਾਣ। ਮੇਰਾ ਕਿਸੇ ਦਾ ਕੰਮ ਹੁਣ ਬੰਦ ਕਰਾਉਣ ਤੋਂ ਮਕਸਦ ਨਹੀਂ ਹੈ, ਪਰ ਇੱਥੇ ਕਰੋਨਾ ਨਹੀਂ ਆਉਂਦਾ। ਜਿੰਨੇ ਵੀ ਆਪਣੇ ਜਿਮ ਯੂਨੀਅਨ ਹੈਗੇ, ਜਿੰਨੇ ਵੀ 90% ਜਿਹੜੇ ਜਿਮ ਹੈ ਉਹ ਸਾਰੇ ਇਹਨਾਂ ਨੇ ਜਿਹੜੇ ਹੈਗੇ ਕਿਰਾਏ ਤੇ ਲਿੱਤੇ। ਉਹਨਾਂ ਦੇ ਅੰਦਰ ਇਕੁਇਪਮੈਂਟਸ ਹੈ। ਜਿਹੜਾ ਨਵਾਂ ਬੱਚਾ ਖੜਾ ਹੋਇਆ, ਉਹਨੇ 5-7-10 ਲੱਖ ਦਾ ਲੋਨ ਲਿੱਤਾ, ਮਸ਼ੀਨਾਂ ਲਿੱਤੀਆਂ, ਜਿਮ ਖੋਲ੍ਹ ਲਿਆ। ਕਿੱਥੋਂ ਭਰੂਗਾ ਜੀ? ਬਰਬਾਦ ਹੋ ਜਾਏਗਾ, ਉਹ ਨਸ਼ਿਆਂ 'ਚ ਜਾਏਗਾ। ਕਿੱਦਾਂ ਅਸੀਂ ਯੂਥ ਨੂੰ ਸੰਭਾਲਾਂਗੇ? ਸਾਡਾ ਯੂਥ ਇੱਥੋਂ ਕਿਉਂ ਬਾਹਰ ਜਾਂਦਾ, ਕਿਉਂ ਕੈਨੇਡਾ ਜਾਂਦਾ, ਕਿਉਂ ਬਾਹਰ ਜਾ ਰਿਹਾ, ਕਿਉਂ ਜਾ ਰਿਹਾ? ਕਿਉਂਕਿ ਇੱਥੇ ਸਿਸਟਮ ਨਹੀਂ। ਸਾਡੀ ਜਵਾਬ ਦੀ ਨਹੀਂ। ਅਗਲਾ ਕਹਿੰਦਾ ਬੋਲਦੇ ਬੋਲੀ ਜਾਂਦੇ, ਉਹ 4-5 ਦਿਨ ਥੱਕ ਕੇ ਬਹਿ ਜਾਂਦੇ। ਦਿੱਕਤ ਹੈ ਅਗਲੇ ਨੇ ਪਤਾ ਹੈ ਵੀ 4 ਦਿਨ ਬੋਲਣਗੇ ਫਿਰ ਬਹਿ ਜਾਣਗੇ। ਦਿੱਕਤ ਸਾਨੂੰ ਸੁਣਵਾਈ ਨਹੀਂ ਹੈ ਸਰ। ਪਿਓ ਦੀ ਉਂਗਲ ਫੜ ਕੇ ਸਹੀ ਆ ਤੁਰਨਾ ਸਿੱਖਦਾ, ਸਹੀ ਆ ਗਲਤ ਉਹਦੇ ਘਰ ਦੇ ਸੁਣਾਉਂਦੇ ਉਹਨੂੰ।
ਪਰ ਉਹ ਅੱਜ ਉਹ ਬੰਦਾ ਚਲਾ ਗਿਆ, ਉਹਦੀ ਮਦਰ ਨੂੰ ਕੀ ਕਹਿਣਗੇ ਕਿ ਪੁੱਤ ਤੇਰੇ ਪਾਪਾ ਨੇ ਸੁਸਾਈਡ ਕੀਤਾ ਸੀਗਾ। ਇਹ ਕੁਐਸਚਨ ਆ, ਮੈਂ ਸਰਕਾਰ ਲਈ ਵੀ ਕੁਐਸਚਨ ਤੇ ਆਪਣੇ ਲੋਕਾਂ ਲਈ ਵੀ ਇੱਕ ਕੁਐਸਚਨ ਆ ਕਿ ਆਪਾਂ ਸਰਕਾਰ ਨੂੰ ਕੀ ਕਵਾਂਗੇ, ਤੇਰੇ ਪਾਪਾ ਨੇ ਸੁਸਾਈਡ ਕਿਉਂ ਕੀਤਾ? ਕਿਆ ਉਹਦਾ ਪਾਪਾ ਨਸ਼ੇੜੀ ਸੀਗਾ? ਨਾ, ਉਹਦੀ ਗਲਤੀ ਇਹ ਸੀਗਾ ਕਿ ਲੋਕਾਂ ਨੂੰ ਫਿੱਟ ਕਰ ਰਿਹਾ ਸੀ। ਨਸ਼ਾ ਕਿਹੜਾ ਬੰਦਾ ਕਹੂਗਾ ਕਿ ਨਸ਼ਾ ਛੁੱਟਦਾ ਹੀ ਹੈ? ਨਸ਼ਾ ਪਤਾ ਕਿਹੜਾ ਬੰਦਾ ਕਹੂਗਾ ਸਹੀ? ਜਿਹੜਾ ਨਸ਼ੇੜੀ ਹੋਊਗਾ। ਉਹਨੇ ਕਹਿਣਾ ਭਾਜੀ ਇਹਦੇ ਵਰਗੀ ਤਾਂ ਚੀਜ਼ ਨਹੀਂ ਕੋਈ। ਉਹ ਜਿਹੜਾ ਬੰਦਾ ਜਿਮ ਲਵਰ ਹੋਏਗਾ ਨਾ, ਉਹ ਪਤਾ ਕੀ ਹੋਆ, ਭਾਜੀ ਮੈਂ ਵਰਕਆਊਟ ਕਰਨਾ, ਮੈਨੂੰ ਵਧੀਆ ਲੱਗਦਾ ਜਦ ਮੇਰੀ ਐਕਸਰਸਾਈਜ਼ ਨਾਲ ਪਸੀਨੇ ਨਾਲ ਟੀ-ਸ਼ਰਟ ਭਿੱਜੀ ਹੁੰਦੀ ਨਾ, ਉਹਨੂੰ ਉਸ ਚੀਜ਼ ਨੂੰ ਦੇਖ ਕੇ ਖੁਸ਼ੀ ਹੁੰਦੀ। ਜਦੋਂ ਮਨ ਬਾਅਦ ਆਪਣੇ ਬੋਡੀ ਦੀ ਟ੍ਰਾਂਸਫਰ ਦੇਖਦਾ ਨਾ ਕਿ ਹਾਂ ਮੇਰੀ ਯਾਰ ਬੋਡੀ ਆ ਸਾਈਡ ਚਲੀ ਗਈਆਂ, ਮੇਰੇ ਐਪਸ ਕਲੀਅਰ ਹੋ ਰਹੇ, ਯਾਰ ਉਹ ਟੂ ਪੈਕ ਕਲੀਅਰ ਹੋਣ, ਪਰ ਉਹ ਖੁਸ਼ੀ ਹੁੰਦੀ ਹੈ ਕਿ ਹਾਂ ਮੇਰੇ ਟੂ ਪੈਕ ਕਲੀਅਰ ਹੋ ਗਏ। ਸਾਡੇ ਜਿਮ ਤਾਂ ਕਿਤੇ ਵੀ ਨਹੀਂ ਆਉਂਦਾ। ਉਹ ਸ਼ਾਪਸ 12 ਵਜੇ ਤੱਕ ਓਪਨ, 1 ਵਜੇ ਤੱਕ ਓਪਨ, 3 ਵਜੇ ਤੱਕ ਓਪਨ, 5 ਵਜੇ ਤੱਕ ਓਪਨ। ਉਹ ਭਰਾਓ ਇੱਕ ਜਿਮ ਵੀ ਹੈਗਾ, ਉਹਦੇ ਬਾਰੇ ਵੀ ਸੋਚ ਲਓ। ਉਹ ਵੀ ਕਿ ਇੰਡਸਟਰੀ ਛੋਟੀ ਨਹੀਂ ਬਹੁਤ ਵੱਡੀ ਹੈ। ਇਲੈਕਸ਼ਨ ਦੇ ਵਿੱਚ ਤੁਸੀਂ ਪਤਾ ਕੀ ਕਹਿਣਾ, ਉਹ ਯਾਰ ਭਲਵਾਨ ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਇਹਨੂੰ ਬੁਲਾਓ, ਇਹਦੇ ਪਿੱਛੇ ਮੁੰਡੇ ਬਥੇਰੇ ਆ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਜਿਮ ਮਾਲਕਾਂ ਦੇ ਇਸ ਸਮੇਂ ਬੁਰੇ ਹਾਲਾਤ ਹੋ ਚੁੱਕੇ ਹੋਏ ਆ। ਜ਼ਰੂਰ ਪੰਜਾਬ ਸਰਕਾਰ ਨੇ ਕਰੋਨਾ ਕਰਕੇ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਨੇ, ਜ਼ਰੂਰ ਦੁਕਾਨਾਂ 5 ਵਜੇ ਤੱਕ ਖੋਲ੍ਹ ਦਿੱਤੀਆਂ ਗਈਆਂ, ਪਰ ਹਜੇ ਤੱਕ ਜਿਮ ਨੂੰ ਖੋਲ੍ਹਣ ਦੇ ਕੋਈ ਵੀ ਆਦੇਸ਼ ਨਹੀਂ ਦਿੱਤੇ ਗਏ। ਜੇ ਪਿਛਲੇ ਸਾਲ ਦੀ ਗੱਲ ਕਰੀਏ, ਜਿਹੜੀ ਫਸਟ ਟ੍ਰੇਨ ਕਰੋਨਾ ਦੀ ਆਈ ਸੀ, ਤਾਂ ਸਭ ਤੋਂ ਪਹਿਲਾਂ ਜਿਮ ਅਤੇ ਸਕੂਲ ਹੀ ਬੰਦ ਕੀਤੇ ਗਏ ਸੀ। ਨਾ ਇਹਨਾਂ ਨੂੰ ਕੋਈ ਉਸ ਤੋਂ ਬਾਅਦ ਭੱਤਾ ਦਿੱਤਾ ਗਿਆ, ਨਾ ਇਹਨਾਂ ਦੇ ਇਲੈਕਟ੍ਰਿਸਿਟੀ ਬਿੱਲ ਮਾਫ ਹੋਏ, ਨਾ ਹੀ ਇਹਨਾਂ ਦਾ ਕਿਰਾਇਆ ਮਾਫ ਹੋਇਆ। ਜੇ ਗੱਲ ਕਰੀਏ ਜਿਮ ਇੰਡਸਟਰੀ ਦੀ, ਤਾਂ 90% ਜੋ ਜਿਮ ਨੇ ਉਹ ਕਿਰਾਏ 'ਤੇ ਨੇ, ਅਤੇ ਇਹਨਾਂ ਨੂੰ ਰੈਗੂਲਰ ਕਿਰਾਏ ਵੀ ਦੇਣੇ ਪਏ, ਜਿਸ ਕਰਕੇ ਕਾਫੀ ਲੋਕਾਂ ਨੇ ਆਪਣੇ ਜਿਮ ਬੰਦ ਵੀ ਕਰ ਦਿੱਤੇ। ਕਾਫੀ ਜੋ ਹੈ ਜਿਮ ਮਾਲਕ ਫਿੱਟ ਤੋਂ ਅਨਫਿੱਟ ਹੋ ਗਏ। ਜੋ ਲੋਕਾਂ ਨੂੰ ਫਿੱਟ ਕਰਦੇ ਸੀ, ਅੱਜ ਉਹ ਅਨਫਿੱਟ ਹੋਏ ਪਏ ਆ, ਡਿਪਰੈਸਡ ਹੋਏ ਪਏ ਨੇ। ਅਤੇ ਜੋ ਲੋਕਾਂ ਨੂੰ ਮਨਾ ਕਰਦੇ ਸੀ, ਤੁਸੀਂ ਨਸ਼ੇ ਵੱਲ ਨਾ ਜਾਓ, ਤੁਸੀਂ दारू ਨਾ ਪੀਓ, ਤੁਸੀਂ ਅਫੀਮ ਨਾ ਖਾਓ, ਤੁਸੀਂ ਚਿੱਟਾ ਨਾ ਖਾਓ, ਉਹ ਆਪ ਹੀ ਅੱਜ ਨਸ਼ਿਆਂ 'ਤੇ ਲੱਗ ਚੁੱਕੇ ਹੋਏ ਆ। ਇੱਕ ਇਹੋ ਜਿਹਾ ਹੀ ਜਿਮ ਮਾਲਕ ਸਾਡੇ ਨਾਲ ਮੌਜੂਦ ਹੈ ਜੋ ਸ਼ਰਾਬ ਦੇ ਨਸ਼ੇ 'ਚ ਪੈ ਗਿਆ ਸੀ। ਜ਼ਰੂਰ ਕੁਝ ਕੁ ਦਿਨਾਂ ਤੋਂ ਉਹਨਾਂ ਨੇ ਸ਼ਰਾਬ ਦਾ ਨਸ਼ਾ ਜਿਹੜਾ ਛੱਡਤਾ। ਜਿਹੜਾ ਵਿਅਕਤੀ ਦੂਜਿਆਂ ਨੂੰ ਮੋਟੀਵੇਟ ਕਰਦਾ ਸੀ ਵੀ ਮੈਂ दारू ਨਹੀਂ ਪੀਂਦਾ, ਤੁਸੀਂ ਵੀ दारू ਨਾ ਪੀਓ, ਤੁਸੀਂ ਵੀ ਨਸ਼ਿਆਂ 'ਚ ਨਾ ਲੱਗੋ, ਕੀ ਗੱਲ ਹੋ ਗਈ? ਦੂਜਿਆਂ ਨੂੰ ਮੋਟੀਵੇਟ ਕਰਦੇ ਸੀ, ਦੂਜਿਆਂ ਨੂੰ ਫਿੱਟ ਕਰਦੇ ਸੀ। ਕਿੰਨੇ ਅਨਫਿੱਟ ਬੰਦੇ ਤੁਸੀਂ ਫਿੱਟ ਕੀਤੇ, ਕਿੰਨੇ ਜਿਹੜੇ ਨਸ਼ੇ ਨੂੰ ਲੱਗੇ ਸੀ ਉਹਨਾਂ ਨੂੰ ਜਿਮ ਦਾ ਨਸ਼ਾ ਲਾਇਆ ਤੇ ਆਪ ਹੀ ਨਸ਼ੇ 'ਚ ਚਲੇ ਗਏ। ਭਾਈ ਪਹਿਲੀ ਗੱਲ ਤਾਂ ਮੈਂ ਡੇਲੀ ਪੋਸਟ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੀ ਸਾਡੀ ਗੱਲਾਂ ਸਰਕਾਰ ਤੱਕ ਪਹੁੰਚਾਉਂਦੇ ਨੇ। ਮੈਨੂੰ ਇਹ ਬੋਡੀ ਬਿਲਡਿੰਗ ਲਾਈਨ 'ਚ 16 ਸਾਲ ਹੋ ਗਏ। ਜਦ ਮੈਂ 9th ਕਲਾਸ ਦਾ ਸੀਗਾ, ਜਦ ਉਸ ਟਾਈਮ 9th ਕਲਾਸ 'ਚ ਸੀਗਾ, ਮੈਂ ਬੋਡੀ ਬਿਲਡਿੰਗ ਲਾਈਨ ਨੂੰ ਸ਼ੁਰੂ ਕੀਤਾ ਸੀਗਾ। ਮੈਨੂੰ ਬਹੁਤ ਵਧੀਆ ਲਾਈਨ ਲੱਗਦੀ ਸੀ। ਜਦ ਆਪਾਂ ਲੋਕਾਂ ਨੂੰ ਫਿੱਟ ਕਰਦੇ ਸੀ, ਆਪ ਬੋਡੀ ਬਿਲਡਿੰਗ 'ਚ ਸੀਗੇ, ਵਧੀਆ ਲੱਗਦਾ ਸੀ। ਲੋਕ ਦੇਖਦੇ ਸੀ ਕਿ ਹਾਂ ਵੀ ਇਹਨਾਂ ਦੇ ਸਰੀਰ ਵਧੀਆ ਤਾਕੜ ਹੈਗੇ ਆ। ਚਲੋ ਟ੍ਰੇਨਿੰਗ ਕੀਤੀ, ਮਿਹਨਤ ਲਾਈ, ਜਿਮ ਆਪਣੇ ਬਣਾਏ, ਪਰ ਹੌਲੀ ਹੌਲੀ ਨਾ ਸਭ ਕੁਝ ਇੱਦਾਂ ਲੱਗਦਾ ਕਿ ਅੱਜ ਮੈਂ ਲਾਈਨ ਹੀ ਗਲਤ ਚੁਣ ਲਈ ਆ। ਮੈਨੂੰ ਫੀਲ ਹੁੰਦਾ ਕਿ ਮੈਂ ਲਾਈਨ ਹੀ ਗਲਤ ਚੁਣ ਲਈ ਆ, ਕਿਉਂਕਿ ਮੇਰੇ ਟੀਚਰ ਨੇ ਸਿਖਾਇਆ ਸੀਗਾ ਕਿ ਅਗਰ ਬਾਈ ਚਾਂਸ ਤੁਹਾਡੀ ਸਿੱਖਿਆ ਤੁਹਾਡੇ ਕੋਲ ਚਲੀ ਗਈ, ਤੁਹਾਡੀ ਸਮਝੋ ਤੁਸੀਂ ਥੋੜ੍ਹਾ ਬਹੁਤਾ ਲੋਸ ਕਰ ਲਿਆ, ਤੁਹਾਡਾ ਪੈਸਾ ਚਲਾ ਗਿਆ, ਕੁਛ ਵੀ ਨਹੀਂ ਗਿਆ। ਅਗਰ ਤੁਸੀਂ ਸਰੀਰ ਆਪਣਾ ਗਵਾ ਲਿਆ, ਸਮਝੋ ਸਭ ਕੁਝ ਗਵਾ ਲਿਆ। ਅੱਜ ਬੰਦੇ ਕੋਲ ਸਰੀਰ ਹੋਵੇ ਨਾ ਤਾਂ ਬੰਦਾ ਸਭ ਕੁਝ ਕਰ ਸਕਦਾ, ਹਰ ਚੀਜ਼ ਕਰ ਸਕਦਾ। ਇੱਕ ਕਹਾਵਤ ਆ, ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ, ਜਿੰਨੇ ਮੂੰਹ ਉਨੀਆਂ ਗੱਲਾਂ। ਪਰ ਅੱਜ ਮੂੰਹ ਬਥੇਰੇ ਆ, ਪਰ ਗੱਲ ਇੱਕ ਹੀ ਆ ਕਿ ਜਿਮ ਸਾਡੇ ਖੋਲ੍ਹ ਦਿੱਤੇ ਜਾਣ। ਆਪਾਂ ਮਾਰਕੀਟ ਦੇਖ ਰਹੇ, ਸਾਰੀ ਮਾਰਕੀਟ ਚੱਲ ਰਹੀ ਹੈ। ਅਗਰ ਆਪਾਂ ਇੱਕ ਦੇਖੀਏ ਤਾਂ ਇਹਨਾਂ ਨੂੰ ਵੀ ਕਰੋਨਾ ਹੋ ਸਕਦਾ, ਕਿ ਸਪੈਸ਼ਲੀ ਸਾਡੇ ਜਿਮ ਤੋਂ ਹੀ ਕਰੋਨਾ ਆ ਰਿਹਾ। ਇਹ ਸ਼ਟ ਡਾਊਨ ਹੈ। ਅਗਰ ਆਪਾਂ ਇਹਨੂੰ ਚੱਕ ਦਈਏ ਨਾ ਹਲਕਾ ਜਿਹਾ ਜੀ, 188 ਦਾ ਪਰਚਾ, 269 ਦਾ ਪਰਚਾ ਮੌਕੇ 'ਤੇ ਜੀ। ਅੱਜ ਦੇ ਟਾਈਮ 'ਚ ਨਸ਼ਾ ਕਰਨਾ ਕੋਈ ਪਰਚਾ ਨਹੀਂ ਹੈਗਾ, ਕੰਮ ਕਰਨ ਦੇ ਪਰਚਾ ਜੀ। ਤੁਸੀਂ ਕੰਮ ਕਰਕੇ ਦਿਖਾ ਦਿਓ, ਪਰਚਾ ਹੈਗਾ ਤੁਹਾਡੇ 'ਤੇ। ਚਲੋ ਆਪਾਂ ਦੁਕਾਨ ਦੀ ਵੀ ਗੱਲ ਲੈ ਲੈਂਦੇ। ਅਗਰ ਸ਼ਾਇਦ ਇਹਨਾਂ ਦੀ 5 ਵਜੇ ਤੋਂ ਵੱਧ ਦੁਕਾਨ ਖੁੱਲ੍ਹ ਜੇ ਤਾਂ ਪਰਚਾ ਆਲਮੋਸਟ ਹੈਗਾ ਹੀ ਹੈ। ਅਗਰ ਆਪਾਂ ਸ਼ਰਾਬ ਦੇ ਠੇਕੇ ਦੀ ਗੱਲ ਕਰਦੇ, ਤੁਸੀਂ ਸ਼ਰਾਬ ਲੈਣੀ ਨਾ, ਤੁਸੀਂ 8-5 ਛੱਡੋ ਤੋਂ ਰਾਤੀ ਤੁਹਾਨੂੰ 11:30 ਵਜੇ ਤੱਕ ਜਾਂ 12 ਵਜੇ ਤੱਕ ਵੀ ਸ਼ਰਾਬ ਤੁਹਾਨੂੰ ਅਵੇਲੇਬਲ ਮਿਲ ਜਾਏਗੀ, ਜਿਹੜੀ ਮਰਜ਼ੀ, ਠੀਕ ਹੈ ਨਾ। ਹੁਣ ਮੈਂ ਤਾਂ ਇੱਕ ਗੱਲ ਜਾਣਦਾ, ਹੁਣ ਕੋਈ ਵੀ ਬੰਦਾ ਲੈ ਲੈ, ਮੈਂ ਆਪਣੇ 'ਤੇ ਲੈ ਲੈਂਦੇ ਹਾਂ। ਆਪਾਂ ਜਿਹਦਾ ਸਟ੍ਰੈਸ 'ਚ ਹੁੰਦੇ ਹਾਂ, ਆਪਾਂ ਲੋਕਾਂ ਨੂੰ ਦੇ ਹਰ ਚੀਜ਼ ਦੇਖਦੇ ਹਾਂ, ਆਪਾਂ ਹਰ ਕਹਿ ਲੈਂਦੇ ਕਿ ਹਰ ਬੰਦਾ ਵਰਕ 'ਤੇ ਜਾਂਦਾ ਹੀ ਆ। ਸਿਰਫ ਇੱਕ ਜਿਮ ਵਾਲੇ ਨੂੰ ਘਰੇ ਬਿਠਾ ਕੇ ਰੱਖਤਾ, ਸਾਬਤ ਕੀ ਕਰਨਾ ਚਾਹੁੰਦੇ ਆ ਕਿ ਆਪਾਂ ਭਲਵਾਨ ਘਰੇ ਵਾੜਤੇ ਆ। ਪਹਿਲਾਂ ਤਾਂ ਆਪਾਂ ਸੁਣਦੇ ਸੀ ਕਿ ਜਿੱਦਾਂ ਨਸ਼ੇੜੀ ਆ ਡਰਿੰਕ ਕਰਕੇ ਮਰ ਗਿਆ ਜਾਂ ਉਹ ਇੰਜੈਕਸ਼ਨ ਕਰਕੇ ਮਰ ਗਿਆ, ਬਹੁਤ ਗੱਲਾਂ ਆਪਾਂ ਸੁਣੀਆਂ। ਹੁਣ ਤਾਂ ਭਲਵਾਨ ਹੀ ਮਰ ਰਹੇ ਆ। ਹੁਣ ਇਹਨੂੰ ਆਪਾਂ ਚੰਗੀ ਗੱਲ ਕਹੀਏ ਕਿ ਇਹਨੂੰ ਮਾੜੀ ਗੱਲ ਕਹੀਏ, ਆਪਾਂ ਇਹਨੂੰ ਸੈਂਟਰ ਸਰਕਾਰ ਦੀ ਕਹਿ ਦਈਏ ਕਸੂਰ ਕੱਢ ਦਈਏ, ਜਾਂ ਸਟੇਟ ਗੌਰਮੈਂਟ ਦੀ ਗਲਤੀ ਕੱਢ ਦਈਏ। ਹੁਣ ਸਾਨੂੰ ਇਹ ਨਹੀਂ ਪਤਾ ਆਪਾਂ ਗਲਤੀ ਕੱਢੀਏ ਤਾਂ ਕਿਹਦੀ ਕੱਢੀਏ। ਇਹ ਚੀਜ਼ਾਂ ਗੱਲ ਇਹ ਹੈ ਵੀ ਕਿੱਦਾਂ ਤੁਸੀਂ ਆਪ ਨਸ਼ਿਆਂ 'ਚ ਕਿੱਦਾਂ ਪੈ ਗਏ। ਮੈਂ ਜਿਵੇਂ ਸਵਾਲ ਪੁੱਛਿਆ ਸੀ, ਕਿੱਦਾਂ ਨਸ਼ਿਆਂ 'ਚ ਪੈ ਗਏ, ਕਿੱਦਾਂ दारू ਪੀਣ ਲੱਗ ਗਏ, ਕਿੱਦਾਂ
ਕਿਉਂਕਿ ਤੁਸੀਂ ਲੋਕਾਂ ਨੂੰ ਰੋਕਦੇ ਸੀ। ਜੀ ਪਿਛਲੇ ਸਾਲ ਸਾਡੇ ਜਿਮ ਬੰਦ ਹੋ ਗਏ ਸੀਗੇ। ਉਸ ਟਾਈਮ ਮੈਨੂੰ ਵੀ ਇੱਕ ਵਾਰ ਆਇਆ ਸੀਗਾ ਆਪਣਾ ਸੁਸਾਈਡ ਕਰਨ ਦਾ, ਬਟ ਮੇਰੇ ਉਸ ਟਾਈਮ ਵਾਈਫ ਸੀਗੇ। ਉਹਨੇ ਮੈਨੂੰ ਹੌਸਲਾ ਦਿੱਤਾ ਕਿ ਹਾਂ ਵੀ ਆਪਣੇ ਬੱਚੇ ਆ, ਉਹਨਾਂ ਦੇਖਣ ਕੇਅਰ ਕਰਨ ਵਾਲਾ ਕੌਣ ਆ। 30 ਸਤੰਬਰ ਨੂੰ ਮੇਰੇ ਵਾਈਫ ਦੁਨੀਆ ਤੋਂ ਛੱਡ ਕੇ ਚਲੇ ਗਏ। ਚਲੋ ਰੱਬ ਨੇ ਮੇਰੇ ਨਾਲ ਜੋ ਕੀਤਾ, ਕਿਉਂਕਿ ਸੀਗਾ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਸਟ੍ਰੈਸ 'ਚ ਆ ਗਿਆ, ਹੱਦ ਨਾਲ ਵੱਧ ਸਟ੍ਰੈਸ 'ਚ ਆ ਗਿਆ। ਸਟ੍ਰੈਸ 'ਚੋਂ ਜਦ ਆਇਆ, ਥੋੜ੍ਹਾ ਨਿਕਲਿਆ, ਹਾਏ ਤਾਂ ਮੁੜ ਕੇ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ। ਮੰਮਾ ਮੇਰੇ ਕੋਲ ਪਹਿਲਾਂ ਹੀ ਨਹੀਂ ਸੀਗੇ। ਮੁੜ ਕੇ ਮੇਰੀ ਵਾਈਫ ਜਿਹਦੇ ਨਾਲ ਮੈਂ ਆਪਣੀ ਦੁੱਖ ਸੁੱਖ ਗੱਲ ਸ਼ੇਅਰ ਕਰਨਾ ਸੀ, ਘਰੇ ਕੋਈ ਹੁੰਦਾ ਹੀ ਨਹੀਂ ਸੀਗਾ, ਸਿਰਫ ਦੁਬਾਰਾ ਹੁੰਦੀਆਂ ਸੀਗੀਆਂ। ਫਿਰ ਪਾਪਾ ਵੀ ਚਲੇ ਗਏ। ਹੁਣ ਮੈਂ ਜਾਂ ਤਾਂ ਕੰਮ ਚੱਲਦਾ ਹੁੰਦਾ ਸੀਗਾ ਦਿਨੇ, ਤਾਂ ਟਾਈਮ ਚਲੋ ਸਪੈਂਡ ਹੋ ਜਾਂਦਾ ਸੀਗਾ ਥੋੜ੍ਹਾ ਬਹੁਤਾ, ਜਾਂ ਸਰਕਾਰ ਨੇ ਸਾਡੇ ਕੰਮ ਹੀ ਖੋਲੇ। ਸਾਡਾ ਹੁਣ ਕਰੈਕ ਹੀ ਗਿਆ, ਸਾਰਾ ਦਿਨ ਘਰੇ ਰਹੋ, ਸੋਚੀ ਜੋ ਇੱਕ ਚੀਜ਼ ਸੋਚੀ ਜੋ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਹਾ ਲਾ ਲੈਂਦਾ, ਜਾਂ ਤਾਂ ਮੈਂ ਕੁਝ ਹੋਰ ਕਰ ਲੈਂਦਾ, ਜਾਂ ਤਾਂ ਮੈਂ ਨਸ਼ਾ ਕਰ ਲੈਂਦਾ। ਤਾਂ ਇਸ ਤੋਂ ਬੈਟਰ ਕਿ ਮੈਂ ਨਸ਼ਾ ਹੀ ਕਰ ਲਿਆ। ਘੱਟੋ ਘੱਟ 2 ਪੈਗ ਲਾ ਕੇ 3 ਪੈਗ ਲਾ ਕੇ ਘੱਟੋ ਘੱਟ ਤਸੱਲੀ ਨਾਲ ਨੀਂਦ ਤਾਂ ਆ ਜਾਂਦੀ ਸੀਗੀ, ਸੋ ਤਾਂ ਜਾਂਦਾ ਸੀਗਾ। ਘੱਟੋ ਘੱਟ ਕੋਈ ਗਲਤ ਸਟੈਪ ਤਾਂ ਨਹੀਂ ਚੱਕਿਆ। ਇਹ ਚੀਜ਼ਾਂ ਇਸ ਕਰਕੇ ਮੈਂ ਘੱਟ ਤੋਂ ਘੱਟ ਨਹੀਂ, ਮੈਂ ਸਾਫ਼ ਕਹਿੰਦਾ, ਮੈਂ ਝੂਠ ਨਹੀਂ ਬੋਲਦਾ ਕਿ ਮੈਂ ਲਾਸਟ ਘੱਟ ਤੋਂ ਘੱਟ ਨਹੀਂ 4 ਮੰਥ ਹੋ ਗਏ ਮੈਂ ਡਰਿੰਕ ਕਰ ਰਿਹਾ ਸੀਗਾ। 1 ਵੀਕ ਹੋ ਗਿਆ ਮੈਂ ਡਰਿੰਕ ਛੱਡਤੀ। ਕਿਉਂ? ਮੇਰੇ ਮਦਰ ਇਨ ਲੋ ਨੇ ਵੀ ਕਿਹਾ ਕਿ ਬੇਟਾ 2 ਬੇਟੀਆਂ ਹੈਗੀਆਂ, ਥੋੜ੍ਹੀ ਕੇਅਰ ਕਰ। ਜੇ ਸਮਝਾਉਣ ਵਾਲਾ ਕੋਈ ਬੰਦਾ ਸਹੀ ਮਿਲ ਜਾਂਦਾ ਤਾਂ ਬੰਦਾ ਆਪਣੇ ਆਪ ਹੀ ਉਸ ਚੀਜ਼ ਨੂੰ ਕਰ ਲੈਂਦਾ ਵਾ। ਅਗਰ ਆਪਾਂ ਉਹ ਚੀਜ਼ ਨੂੰ ਸਮਝੀਏ ਹੀ ਨਾ, ਫਿਰ ਆਪਾਂ ਬੇਕਾਰ ਬੰਦੇ ਆ। ਬਟ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈਗੀ ਕਿ ਸਾਡੇ ਕੰਮ ਖੋਲ੍ਹੇ ਜਾਣ, ਸਾਡਾ ਵੀ ਧਿਆਨ ਆਪਣੇ ਕੰਮ ਵੱਲ ਡਾਈਵਰਟ ਹੋਵੇ, ਅਸੀਂ ਵੀ ਆਪਣੇ ਕੰਮ ਵੱਲ ਕਰੀਏ। 2 ਆਉਣਗੇ ਬੰਦੇ, ਉਹਨਾਂ ਨਾਲ ਗੱਲਾਂ ਕਰਾਂਗੇ, ਉਹਨਾਂ ਦੀ ਗੱਲਾਂ ਸੁਣਾਂਗੇ, ਸਾਡਾ ਵੀ ਦਿਲ ਦੂਸਰੇ ਪਾਸੇ ਜਾਏਗਾ। ਬਟ ਸਰਕਾਰ ਕਹਿੰਦੇ ਨਹੀਂ, ਜਿਹੜਾ ਬੰਦਾ ਸਟ੍ਰੈਸ 'ਚ ਹੈ ਨਹੀਂ ਉਹਨੂੰ ਵੀ ਸਟ੍ਰੈਸ 'ਚ ਪਾ ਦਿਓ। ਇਸ ਟਾਈਮ ਉਹ ਕੰਮ ਕਰ ਰਹੀ ਹੈ। ਹੁਣ ਬੰਦਾ ਸਟ੍ਰੈਸ 'ਚ ਰਹੇਗਾ ਤਾਂ ਨਸ਼ਾ ਜ਼ਰੂਰ ਕਰੇਗਾ। ਨਹੀਂ, ਗੱਲ ਐ ਵਾ, ਤੁਸੀਂ ਗੱਲ ਕੀਤੀ ਵੀ ਕੰਮ ਬੰਦ ਸੀ, ਮੈਂ ਦਾਰੂ ਪੀਣ ਲੱਗ ਗਿਆ। ਮਤਲਬ ਦਾਰੂ ਆਰਾਮ ਨਾਲ ਮਿਲ ਰਹੀ ਸੀ, ਉਹ ਤੁਹਾਨੂੰ ਰਾਤੀ ਵੀ ਮਿਲ ਰਹੀ ਸੀ, ਸਵੇਰੇ ਵੀ ਮਿਲ ਰਹੀ ਸੀ, ਭਾਵੇਂ ਟਾਈਮ 12 ਵਜੇ ਦਾ ਹੋਵੇ। ਬਿਲਕੁਲ ਮੇਰੀ ਗੱਲ ਸੁਣੋ, ਦੇਖੋ ਇਹ ਤਾਂ ਸਾਰੀ ਮੀਡੀਆ ਨੇ ਦਿਖਾਇਆ ਜੀ, ਇਹ ਮੈਂ ਆਪ ਕਹਿੰਦਾ ਤੇ ਸਾਰੀ ਮੀਡੀਆ ਨੇ ਵੀ ਦਿਖਾਇਆ। ਕਿਆ ਰਾਤੀ ਮੀਡੀਆ ਨੇ ਕਿੰਨੀ ਵਾਰ 11 11:30 ਕਵਰੇਜ ਬਥੇਰੇ ਨੇ ਕੀਤੀ ਹੈ। ਸਰਕਾਰ ਚਾਹੁੰਦੀ ਤਾਂ ਉਹਨਾਂ 'ਤੇ ਐਕਸ਼ਨ ਲੈ ਸਕਦੀ ਸੀ ਆਰਾਮ ਨਾਲ, ਕੋਈ ਦਿੱਕਤ ਨਹੀਂ ਹੈਗੀ। ਪਰ ਇਸ ਟਾਈਮ ਤੁਸੀਂ, ਮੈਂ ਕਹਿੰਦਾ ਇੱਕ ਵਾਰ ਮੈਂ ਆਪਣੇ ਜਿਮ ਦਾ ਸ਼ਟਰ ਚੱਕਦਾ, ਸਿਰਫ ਇੱਕ ਦਿਨ ਦੀ ਗੱਲ ਆ, ਸ਼ਾਇਦ ਸਾਰੀ ਮੀਡੀਆ ਜਾਂ ਪੁਲਿਸ ਆ ਜੂਗੀ ਕਿ ਹਾਂ ਵੀ ਤੁਸੀਂ ਕਰ ਕੀ ਰਹੇ ਹੋ। ਜਿਹੜੇ ਬੰਦੇ ਗਲਤ ਕੰਮ ਕਰ ਰਹੇ ਉਹ ਨਹੀਂ। ਪਹਿਲਾਂ ਇੱਕ ਚੀਜ਼ ਸੀਗੀ ਕਿ ਲੋਕੀ ਕਹਿੰਦੇ ਸੀ ਆਪਾਂ ਕੰਮ ਕਰੀਏ, ਕੰਮ ਹੀ ਸਾਡੀ ਪੂਜਾ। ਅੱਜ ਦੇ ਟਾਈਮ 'ਚ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ। ਤੁਸੀਂ ਇਹ ਕਹਿ ਲਓ ਨਸ਼ਾ ਹੀ ਪੂਜਾ ਹੈ, ਠੀਕ ਹੈ ਨਾ। ਸ਼ਾਇਦ ਤੁਹਾਨੂੰ ਕੋਈ ਚੀਜ਼ਾਂ ਮਿਲੇ ਨਾ ਮਿਲੇ, ਕੋਈ ਚੀਜ਼ ਅਵੇਲੇਬਲ ਤੁਹਾਨੂੰ ਮਿਲੇ ਨਾ ਮਿਲੇ, ਬਟ ਤੁਹਾਨੂੰ ਡਰਿੰਕ ਅਵੇਲੇਬਲ ਹੋ ਸਕਦੀ ਹੈ। ਇੱਕ ਚੀਜ਼ ਮੈਂ ਦੇਖ ਲਈ ਸੀ ਪਿੱਛੇ, ਸਰਕਾਰ ਨੇ ਮੇਰੇ ਖਿਆਲ ਪੰਜਾਬ ਗਵਰਨਮੈਂਟ ਨੇ 3 ਦਿਨ ਲਈ ਬੰਦ ਕੀਤਾ ਸੀ, ਸਭ ਕੁਝ ਬੰਦ ਕਰਤਾ ਸੀ। ਆਈ ਹੋਪ ਠੇਕੇ ਵੀ ਬੰਦ ਕਰਦੇ ਸੀ। ਸਿਰਫ 3 ਦਿਨ ਇਹਨਾਂ ਕੋਲ ਜਰ ਨਹੀਂ ਹੋਇਆ, ਸਿਰਫ 3 ਦਿਨ। ਉਹ ਸਾਡੇ ਜਿਮ ਦਾ ਪਿਛਲੇ 18 ਤਰੀਕ ਦੇ ਬੰਦ ਆ। ਪਿਛਲੀ ਵਾਰ ਸਾਡੇ ਜਿਮ ਬੰਦ ਕੀਤਾ ਸੀ 18 ਮਾਰਚ ਨੂੰ, ਖੋਲ੍ਹੇ ਸੀ 5 ਅਗਸਤ ਨੂੰ। ਇਸ ਵਾਰ ਕੀ ਕੀਤਾ, 18 ਅਪ੍ਰੈਲ ਨੂੰ ਬੰਦ ਕਰ ਦਿੱਤੇ। ਹੁਣ ਜਿਮ ਵਾਲਾ ਕੀ ਕਰੇਗਾ? ਸੁਸਾਈਡ ਨਹੀਂ ਕਰੇਗਾ ਤਾਂ ਕੀ ਕਰੇਗਾ? ਬੰਦਾ ਸਟ੍ਰੈਸ 'ਚ ਜਾਏਗਾ। ਜਦ ਕੋਈ ਬੰਦਾ ਫੈਮਿਲੀ 'ਚ ਜਾਂਦਾ ਵਾ, ਆਪਣੇ ਕਿਸੇ ਨਾਲ ਵੀ ਗੱਲ ਕਰਦਾ ਵਾ, ਅਗਲਾ ਦੇਖਦਾ ਯਾਰ ਮੈਂ ਕੀ ਕਰਾਂ, ਉਹਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ। ਉਹਦਾ ਰੀਜ਼ਨ ਬੈਂਕ ਉਹਨੂੰ ਪਰੇਸ਼ਾਨ ਕਰਦਾ। ਹਰੇਕ ਚੀਜ਼ ਦੇ ਆਪਣੇ ਆਪਣੇ ਖਰਚੇ ਹੈ। ਰੈਂਟ ਵਾਲਾ ਰੈਂਟ ਤੇ ਸਾਡੇ ਛੱਡੇ ਨਹੀਂ ਗਏ, ਬਿਜਲੀ ਬਿੱਲ ਸਾਡੇ ਨਹੀਂ ਛੱਡੇ ਗਏ, ਜਿਹੜੀ EMI ਸੋ ਨਹੀਂ ਬੰਦ ਹੋਈ ਹੈ। ਬੰਦਾ ਕੀ ਕਰੇਗਾ? ਉਹਦਾ ਕੋਈ ਜਵਾਬ ਨਹੀਂ ਹੈਗਾ। ਬੰਦਾ ਕੁਛ ਨਾ, ਜਾਂ ਤਾਂ ਇਹਦਾ ਇੱਕ ਹੀ ਹੱਲ ਹੁੰਦਾ, ਫਿਰ ਬੰਦਾ ਨਸ਼ੇ ਕਰਦਾ ਜੀ। ਜਾਂ ਤਾਂ ਬੰਦਾ ਅਗਰ ਕੰਮ ਕਰਦਾ ਹੋਵੇ, ਬੰਦਾ ਕਹਿੰਦਾ ਆਪਾਂ ਪਹਿਲਾਂ ਨਸ਼ੇੜੀਆਂ ਨੂੰ ਕਹਿੰਦੇ ਯਾਰ ਇਹ ਨਸ਼ਾ ਕਰਦਾ, ਘਰ ਦੀ ਜ਼ਮੀਨਾਂ ਵੇਚਤੀਆਂ, ਇਹ ਕਰਤੀਆਂ। ਉਹ ਜਿਮ ਵਾਲੇ ਤਾਂ ਮਸ਼ੀਨ ਨਹੀਂ ਵੇਚੀਆਂ ਕੁਛ, ਜਿਮ ਵਾਲੇ ਤਾਂ ਕੋਈ ਮਸ਼ੀਨਾਂ ਵਿੱਚ, ਸਗੋਂ ਵਾਲਾ ਕਹਿੰਦਾ ਯਾਰ ਮੈਂ 4 ਪੈਸੇ ਕਮਾਊਂਗਾ, ਸ਼ਾਇਦ ਮੈਂ ਇੱਕ ਹੋਰ ਜਿਮ ਪਾ ਲਾਂਗਾ। ਬਟ ਮੈਂ ਅੱਜ ਦੇ ਟਾਈਮ 'ਚ ਕਹਿੰਦਾ ਮੈਂ ਲਾਈਨ ਬਹੁਤ ਗਲਤ ਚੁਣ ਲਈ ਹੈ। ਮੈਂ ਗਲਤ ਚੁਣ ਲਈ ਹੈ। ਕਿਉਂ? ਸ਼ਾਇਦ ਅਗਰ ਹੋਰ ਕੋਈ ਲਾਈਨ ਚੁਣੀ ਹੁੰਦੀ, ਹੋਰ ਕੋਈ ਕੰਮ ਸੋਚਿਆ ਹੁੰਦਾ, ਸ਼ਾਇਦ ਨਹੀਂ। ਮੈਨੂੰ ਇਹ ਬੋਡੀ ਬਿਲਡਿੰਗ ਨੂੰ 16 ਸਾਲ ਹੋ ਗਏ, 16 ਸਾਲ। ਇੱਕ 16 ਸਾਲ ਇਸ ਲਾਈਨ ਨੂੰ ਦੇਣ ਤੋਂ ਬਾਅਦ ਮੈਂ ਕਹਿ ਰਿਹਾ ਕਿ ਇਹ ਲਾਈਨ ਮੈਂ ਗਲਤ ਚੁਣ ਲਈ। ਅਗਰ ਮੈਨੂੰ ਲੱਗਦਾ ਨਾ, ਮੈਨੂੰ ਪ੍ਰਾਊਡ ਫੀਲ ਹੁੰਦਾ ਸੀਗਾ ਯਾਰ ਮੈਂ ਫਿੱਟ ਹਾਂ, ਸਾਰੇ ਮੇਰੇ ਮੁੰਡੇ ਆਉਂਦੇ ਆ ਯਾਰ, ਚਲੋ ਆਪਾਂ ਸੋਚ ਕੇ ਨਾ 2 ਮੁੰਡੇ ਗਲਤ, ਘੱਟੋ ਘੱਟ ਆਪਾਂ ਇਹ ਤਾਂ ਕਹਿ ਸਕਦੇ 98 ਬੰਦੇ ਤਾਂ ਆਪਾਂ ਸਹੀ ਕਰ ਰਹੇ ਹਾਂ। ਪਰ ਅੱਜ ਆਪਾਂ ਕੀ ਕਹਿੰਦੇ ਆ, ਜਦ ਕੋਈ ਬੰਦਾ ਮੇਰੀ ਵੀ ਇੰਟਰਵਿਊ ਦੇਖਦਾ ਹੋਊਗਾ, ਮੇਰੀ ਵੀ ਇੰਟਰਵਿਊ ਦੇਖ ਰਹੇ ਹੋਣਗੇ, ਕਈ ਮੇਰੇ ਸਟੂਡੈਂਟ ਦੇਖ ਰਹੇ ਹੋਣ, ਅਗਲੇ ਕੀ ਸੋਚਦੇ ਨੇ ਕਿ ਸਾਡਾ ਕੋਚ ਕੀ ਗੱਲ ਕਹਿ ਰਿਹਾ। ਅਗਲੇ ਉਹਨਾਂ ਦੇ ਮਨ 'ਚ ਕੋਈ ਥਿੰਕਿੰਗ ਹੋਊਗੀ ਸਾਡਾ ਕੋਚ ਅੱਜ ਕਿਹੜੀ ਗੱਲ ਕਹਿ ਰਿਹਾ ਕਿ ਡਰਿੰਕ ਕਰ ਰਿਹਾ। ਕਿਉਂਕਿ ਅਗਰ ਚਲੋ ਮੈਂ ਕਹਿੰਦਾ ਭਲਵਾਨ ਡਰਿੰਕ ਕਰਦੇ ਹੋਣਗੇ ਸ਼ਾਇਦ ਪਾਰਟੀ ਫੰਕਸ਼ਨ 'ਤੇ ਜਾਂ ਕੋਈ ਅਦਰ ਥਿੰਗ 'ਚ, ਪਰ ਜਿਹੜਾ ਬੰਦਾ ਖੁਦ ਕਹਿ ਰਿਹਾ ਕਿ 3 ਮਹੀਨੇ ਹੋ ਗਏ ਮੈਂ 4 ਮਹੀਨੇ ਡਰਿੰਕ ਕਰ ਰਿਹਾ ਸੀ, ਇਹਦੇ 'ਚ ਆਪਾਂ ਕਿਹਦੀ ਗਲਤੀ ਕੱਢ ਦਈਏ? ਮੇਰੀ ਗਲਤੀ ਕੱਢ ਦਈਏ, ਸਰਕਾਰ ਦੀ ਗਲਤੀ ਕੱਢ ਦਈਏ, ਕਿਹਦੀ ਗਲਤੀ? ਇਹ ਕੁਐਸਚਨ ਹੈ ਲੋਕਾਂ ਲਈ, ਉਹਨਾਂ ਲੋਕਾਂ ਲਈ। ਤੁਸੀਂ ਕਹਿ ਰਹੇ ਹੋ ਗਲਤ ਲਾਈਨ ਚੁਣ ਲਈ। ਹਾਂਜੀ, ਫਿਰ ਕਿਹੜੀ ਲਾਈਨ ਚੁਣਨੀ ਸੀ? ਕੀ ਦਿਮਾਗ 'ਚ ਆਉਂਦਾ ਕਿਹੜੀ ਲਾਈਨ 'ਚ ਜਾਣਾ ਹੈ? ਮੈਂ ਤਾਂ ਦੇਖੋ ਮੇਰੇ ਫਾਦਰ ਸਾਹਿਬ ਦਾ ਇੱਕ ਸੁਪਨਾ ਸੀਗਾ ਕਿ ਮੈਂ ਪੁਲਿਸ ਅਫਸਰ ਬਣਾ, ਕਿਉਂਕਿ ਸਟੱਡੀ ਬੈਟਰ ਕਰਾਈ, ਹਰ ਚੀਜ਼ ਬੈਟਰ ਕਰਾਈ। ਪਰ ਮੈਂ ਇੱਕ ਚੀਜ਼ ਮੈਨੂੰ ਵਧੀਆ ਲੱਗਾ, ਇੱਕ ਸ਼ੌਕ ਸੀਗਾ ਵਧੀਆ ਬੋਡੀ ਬਿਲਡਿੰਗ ਦਾ। ਕਿਉਂਕਿ ਜਦ ਮੈਂ ਲਾਈਨ ਸ਼ੁਰੂ ਕੀਤੀ ਸੀਗੀ, ਇੱਕ ਵਧੀਆ ਹੁੰਦਾ ਹਰ ਇੱਕ ਬੰਦਾ, ਕਿਉਂਕਿ ਨਾ ਬਚਪਨਾ ਸੀਗਾ, ਕਹਿੰਦੇ ਨਾ ਜਿਹੜੀ ਚੀਜ਼ ਆਪਾਂ ਨੂੰ ਚੀਜ਼ ਨੂੰ ਸੂਟ ਕਰ ਜੇ ਉਹ ਵਧੀਆ ਲੱਗਦੀ ਹੈ। ਮੈਂ ਬਚਪਨਾ ਸੀਗਾ, 9ਵੀਂ ਕਲਾਸ 'ਚ ਸੀਗਾ, ਲੋਕਾਂ ਨੂੰ ਦੇਖਦਾ ਸੀ ਯਾਰ ਤਗੜੇ ਆ, ਸ਼ਾਇਦ ਮੈਂ ਵੀ ਇੱਦਾਂ ਦਾ ਬਣਾ।
ਚਲੋ ਮੇਰੇ ਬ੍ਰਦਰ ਨੇ ਮੈਨੂੰ ਸਪੋਰਟ ਕੀਤੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਸਪੋਰਟ ਕੀਤੀ। ਛੋਟੀ ਉਮਰ 'ਚ ਸ਼ਰੀਰ ਵਧੀਆ ਤਗੜਾ ਹੋ ਗਿਆ, ਤਿਆਰ ਹੋ ਗਿਆ। ਉਹ ਚੀਜ਼ ਨੂੰ ਲੱਗਿਆ ਯਾਰ ਅਗਰ ਮੈਂ ਤਗੜਾ ਹੋ ਸਕਦਾ ਕਿਉਂ ਨਾ ਮੈਂ ਅੱਗੇ ਵੀ ਦੇਖਾਂ। ਖੁਸ਼ੀ ਹੁੰਦੀ ਸੀ ਜਦ ਮੁੰਡੇ ਆਉਂਦੇ ਸੀ। ਫਿਰ ਇੱਕ ਚੀਜ਼ ਮੈਂ ਦੇਖੀ ਕਿ ਮੈਂ ਕਿਹਾ ਚਲੋ ਯਾਰ ਇੱਕ ਚੀਜ਼ ਐਸੀ ਆਪਣੀ ਇੱਕ ਵਧੀਆ ਇਮੇਜ ਬਣਾਉਂਗਾ ਨਾ ਕਿ ਲੋਕੀ ਮੇਰੀ ਇੱਜ਼ਤ ਕਰਨ, ਰਿਸਪੈਕਟ ਕਰਨ। ਜਦ ਅੱਜ ਦੇ ਟਾਈਮ 'ਚ ਆਪਾਂ ਜਿਮ 'ਚ ਹੁੰਦੇ ਆ, ਪੈਰੀ ਹੱਥ ਲਾਉਂਦੇ ਆ, ਇੱਕ ਵਧੀਆ ਫੀਲ ਹੁੰਦਾ ਯਾਰ ਸ਼ਾਇਦ ਮੈਂ ਵਧੀਆ ਕੰਮ ਕਰ ਰਿਹਾ। ਕਿਉਂਕਿ ਆਪਾਂ ਪੈਰੀ ਹੱਥ ਸਿਰਫ 2 ਜਾਂ 3% ਦੇ ਲਾਉਂਦੇ ਆ, ਆਪਣੇ ਮਾਪਿਓ ਦੇ ਜਾਂ ਆਪਣੇ ਟੀਚਰਸ ਦੇ, ਠੀਕ ਹੈ। ਕਿਉਂਕਿ ਉਹੀ ਸਾਨੂੰ ਸਿਖਾ ਸਕਦੇ ਆ ਕਿ ਹਾਂ ਵੀ ਆਪਾਂ ਚੰਗਾ ਕੀ ਹੈ ਤੇ ਸਾਡੇ ਲਈ ਮਾੜਾ ਕੀ ਹੈ। ਹੁਣ ਦੇਖੋ ਸਾਡੇ ਮਾਪਿਓ ਨੂੰ ਤਾਂ ਵਧੀਆ ਚੀਜ਼ ਸਿਖਾਈ ਸੀਗੀ ਕਿ ਇਹ ਚੀਜ਼ ਤੋਂ ਦੂਰ ਰਹੋ, ਕੁਛ ਵੀ ਹੈ। ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਟੀਚਰਸ ਹਾਂ, ਟੀਚਰਸ ਬੱਚਿਆਂ ਨੂੰ ਕੀ ਸਿਖਾਊਗਾ? ਅਗਰ ਅੱਜ ਮੈਂ ਕਹਿੰਦਾ ਕਿ ਚੀਜ਼ ਦੇਖਦਾ, ਅਸੀਂ ਬੋਰਡ ਜਾਂ ਬੈਨਰ ਲੈ ਕੇ ਆਪਾਂ ਰੋਡ ਤੇ ਖੜ੍ਹਦੇ ਕਿ ਸਾਡੇ ਕੰਮ ਖੋਲ੍ਹ ਦਿੱਤੇ ਜਾਣ, ਸਾਡੇ ਲਈ ਕੋਈ ਵਧੀਆ ਕੀਤਾ ਜਾਵੇ, ਇਹ ਕਰੇ। ਅਸੀਂ ਆਪਣੇ ਆਪ ਨੂੰ ਕਈ ਵਾਰ ਸ਼ਰਮ ਫੀਲ ਹੁੰਦੀ ਹੈ। ਅਸੀਂ ਕੀ ਕਰ ਰਹੇ ਹਾਂ? ਅਸੀਂ ਮੰਗ ਰਹੇ ਹਾਂ, ਅਸੀਂ ਮੰਗ ਰਹੇ ਹਾਂ ਸਰਕਾਰ ਤੋਂ। ਕੀ ਮੰਗ ਰਹੇ? ਆਪਾਂ ਤਰਲੇ ਮਿੰਤਾ ਕਰੇ ਸਾਡੇ ਜਿਮ ਖੋਲ੍ਹ ਦਿੱਤੇ ਜਾਂਦੇ। ਸਾਨੂੰ ਪਤਾ ਇਸ ਟਾਈਮ ਕਰੋਨਾ ਮਹਾਮਾਰੀ ਚੱਲਦੀ ਪਈ ਹੈ, ਸਾਨੂੰ ਪਤਾ ਹੈ ਅਸੀਂ ਇਹ ਤੋਂ ਬਚਾਅ ਵੀ ਕਰਾਂਗੇ ਹਰ ਚੀਜ਼। ਕਿਉਂ ਇੱਕ ਕਹਿੰਦੇ ਨੇ ਬਚਾਓ ਮੇਂ ਹੀ ਬਚਾਓ ਹੈ, ਪਰ ਬਚਾਓ ਮੇਂ ਬਚਾਓ ਘੱਟੋ ਘੱਟ ਸਾਨੂੰ ਕੁਛ ਤਾਂ ਪੈਨਸ਼ਨ ਦਿੱਤੀ ਜਾਣ। ਚਲੋ ਆਪਾਂ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਖੜੇ ਹਾਂ, ਪੂਰੀ ਤਰ੍ਹਾਂ ਖੜੇ। ਜਿਮ ਵੀ ਕਲੋਜ਼ਡ ਹੈ, ਘੱਟੋ ਘੱਟ ਸਾਡੇ EMIs ਰੋਕ ਦਿੱਤੀ ਜਾਣ ਥੋੜ੍ਹੇ ਦਿਨ, ਸਾਡੇ ਬਿਜਲੀ ਦੇ ਬਿੱਲ ਰੋਕ ਦਿੱਤੇ ਜਾਣ, ਸਾਡੇ ਰੈਂਟ ਥੋੜ੍ਹੀ ਦੇਰ ਲਈ ਰੋਕ ਦਿੱਤੇ ਜਾਣ। ਸਰਕਾਰ ਐਡਾ ਤਾਂ ਕਰ ਸਕਦੀ, ਉਹਦੇ ਕੋਲ ਐਡੀ ਤਾਂ ਪਾਵਰ ਹੈਗੀ। ਸਾਡੇ ਕੋਲ ਤਾਂ ਆਪਾਂ ਤਾਂ ਪਾਵਰਲੈਸ ਬੰਦੇ ਆ, ਸਰਕਾਰ ਕੋਲ ਤਾਂ ਪਾਵਰ ਹੈਗੀ ਕਿ ਨਹੀਂ ਹੈਗੀ? ਅਗਰ ਉਸ ਤੋਂ ਵੀ ਉੱਪਰ ਕੋਈ ਬੈਠਾ ਤਾਂ ਉਹ ਵੀ ਦੱਸ ਸਕਦਾ ਕਿ ਆਪਾਂ ਉਹਦੇ ਕੋਲ ਕੁਐਸਚਨ ਪੁੱਟ। ਕਿੰਨੀਆਂ ਬ੍ਰਾਂਚਾਂ ਤੁਹਾਡੇ ਜਿਮ ਦੀ? ਕਿੰਨੀ ਗੱਲ ਹੈ ਤੁਸੀਂ ਕਹਿ ਰਹੇ ਹੋ ਸ਼ੁਰੂਆਤ ਮੈਂ ਕੀਤੀ ਜਿਮ ਤੋਂ, ਫਿਰ ਮੈਂ ਬਣਿਆ ਟ੍ਰੇਨਰ, ਫਿਰ ਮੈਂ ਬਣਿਆ ਓਨਰ। ਕਿੰਨੀਆਂ ਬ੍ਰਾਂਚਾਂ ਖੋਲੀਆਂ ਜੀ? ਮੇਰੇ 3 ਬ੍ਰਾਂਚ ਆ ਜੀ। ਹੁਣ ਮੇਰੀ ਗੱਲ ਸੁਣੋ, ਚਲੋ ਇੱਕ ਤਾਂ ਮੇਰੀ ਆਪਣੀ ਬ੍ਰਾਂਚ ਆ, ਇੱਕ ਮੇਰੀ ਪਾਰਟਨਰਸ਼ਿਪ 'ਚ, ਇੱਕ ਹੋਰ ਮੇਰੀ ਆਪਣੀ ਆ ਜਿਹਦਾ ਰੈਂਟ ਮੈਨੂੰ ਪੈਂਦਾ ਆ, ਠੀਕ ਹੈ। ਅਗਰ ਆਪਾਂ ਰੈਂਟ ਦੀ ਗੱਲ ਕਰੀਏ, ਰੈਂਟ ਓਨਰ ਛੱਡ ਨਹੀਂ ਸਕਦਾ, ਕਿਉਂਕਿ ਅਗਲੇ ਦੇ ਕੋਲ ਸਿਰਫ ਬਈ ਮੈਂ ਬਿਲਡਿੰਗ ਖਰੀਦੀ ਆ, ਪਲੋਟ ਲਿਆ, ਬਿਲਡਿੰਗ ਉਹਦਾ ਹੱਕ ਵੀ ਬਣਦਾ, ਘਰ ਦਾ ਵੀ ਖਰਚਾ, ਉਹਦੇ ਵੀ ਘਰ ਦਾ ਖਰਚਾ ਚੱਲਦਾ। ਜਿੱਦਾਂ ਆਪਾਂ ਗੱਲ ਕਰਦੇ ਪਤਾ ਚਲੋ ਮੀਡੀਆ ਦੇ ਥਰੂ ਆਪਣੇ ਦੁੱਖ ਨੂੰ ਜ਼ਾਹਿਰ ਕਰ ਸਕਦੇ, ਉਹ ਕਿਹਨੂੰ ਦੁੱਖ ਜ਼ਾਹਿਰ ਕਰੂਗਾ? ਇਹੀ ਚੀਜ਼ ਮੈਂ ਕਹਿੰਦਾ ਸਰਕਾਰ ਨੂੰ ਕਿ ਸਾਨੂੰ ਵੀ ਕੁਝ ਸ਼ਰਤਾਂ ਨਾਲ, ਕੁਝ ਨਿਯਮਾਂ ਦੇ ਨਾਲ, ਕੁਝ ਹਦਾਇਤਾਂ ਦੇ ਨਾਲ ਕੰਮ ਕਰਨ ਦੀ ਛੂਟ ਦਿੱਤੀ ਜਾਵੇ ਕਿ ਆਪਾਂ ਭਲਵਾਨੀ ਲਾਈਨ ਨੂੰ ਸਪੋਰਟ ਕਰੀਏ, ਕਿ ਆਉਣ ਵਾਲੇ ਟਾਈਮ 'ਚ ਆਪਾਂ ਕਹੀਏ ਕਿ ਹਾਂ ਵੀ ਅਸੀਂ ਭਲਵਾਨ ਆ, ਸਾਡੇ ਬੱਚੇ ਵੀ ਖੁਸ਼ ਹੋਣਗੇ ਸਾਡਾ ਭਲਵਾਨ ਹੈਗੇ ਆ। ਹੁਣ ਆਪਾਂ ਅਗਰ ਦੂਸਰੀ ਚੀਜ਼ ਨੂੰ ਸਪੋਰਟ ਕਰੀਏ ਜਾਂ ਗਵਰਨਮੈਂਟ ਕਹੇ ਕਿ ਨਸ਼ੇ ਜਾਂ ਕੁਝ। ਅੱਜ ਮੈਂ ਸਵੇਰੇ ਨਿਊਜ਼ ਦੇਖ ਰਿਹਾ ਸੀ, ਆਪਣੀ ਬੇਟੀ ਕੋਲ ਬੈਠਾ ਸੀਗਾ ਤਾਂ ਉੱਥੇ ਲਿਖਿਆ ਆ ਰਿਹਾ ਸੀਗਾ ਦਿੱਲੀ ਦੇ ਵਿੱਚ ਕਿ ਜਿਹੜੀ ਡਰਿੰਕ ਆ ਉਹ ਹੋਮ ਡਿਲੀਵਰੀ ਕੀਤੀ ਜਾਏਗੀ। ਆਈ ਐਮ ਸ਼ੌਕਡ ਕਿ ਹੁਣ ਡਰਿੰਕ ਵੀ ਹੋਮ ਡਿਲੀਵਰੀ ਕੀਤੀ ਜਾਏਗੀ। ਅੱਗੇ ਤਾਂ ਚਲੋ ਫੂਡ ਹੋ ਗਿਆ ਜਾਂ ਕੁਛ ਅਦਰ ਚੀਜ਼ਾਂ ਹੋ ਗਈਆਂ, ਉਹ ਤਾਂ ਡਿਲੀਵਰੀ ਤਾਂ ਮੰਨਿਆ ਸੀਗਾ, ਹੁਣ ਡਰਿੰਕ ਵੀ ਹੋਮ ਡਿਲੀਵਰੀ। ਸਪੈਸ਼ਲ ਆਈਟਮਸ ਹੁੰਦੀਆਂ ਸੀ, ਸ਼ਾਇਦ ਦਾਰੂ ਵੀ ਲੋਕਾਂ ਨੂੰ ਉਹਦਾ ਰੀਜ਼ਨ ਪਤਾ ਕੀ ਹੈ? ਸਰਕਾਰ ਚਾਹੁੰਦੀ ਜਿਹੜੇ ਬੰਦੇ ਘਰੇ ਬੈਠੇ ਆ ਉਹ ਘਰੇ ਬੈਠੇ ਰਹੇ, ਆਰਾਮ ਨਾਲ ਡਰਿੰਕ ਕਰੀ ਜਾਣ ਤੇ ਗਵਰਨਮੈਂਟ ਤੋਂ ਕੋਈ ਕੁਐਸਚਨ ਨਹੀਂ ਪੁੱਟ ਕਰੇ, ਗਵਰਨਮੈਂਟ ਤੋਂ ਕੋਈ ਕੁਐਸਚਨ ਨਹੀਂ ਪੁੱਟ ਕਰੇਗਾ। ਅੱਜ ਤੱਕ ਆਪਾਂ ਇੱਕ ਚੀਜ਼ ਦੱਸਦੇ ਹਾਂ ਕਿ ਕੋਈ ਨਸ਼ੇੜੀ ਬੰਦੇ ਨੇ ਕੋਈ ਗਵਰਨਮੈਂਟ ਤੋਂ ਕੋਈ ਇਸ਼ੂ ਕੀਤਾ? ਸ਼ਾਇਦ ਨਹੀਂ। ਗਵਰਨਮੈਂਟ ਸਰਕਾਰ ਨਸ਼ੇੜੀ ਬੰਦੇ ਨੇ, ਉਹਨੂੰ ਪਤਾ ਮੈਨੂੰ ਚੀਜ਼ ਮੇਰੇ ਉਹਨੂੰ ਨਸ਼ਾ ਚਾਹੀਦਾ, ਉਹਨੂੰ ਨਸ਼ਾ ਮਿਲ ਗਿਆ, ਉਹਨੂੰ ਕੁਝ ਨਹੀਂ ਕਰਨਾ। ਇੱਕ ਮਿੰਟ, ਉਹ ਇੱਕ ਚੀਜ਼ ਮੈਂ ਜਾਣਦਾ ਕਿ ਨਸ਼ੇ ਨਾਲ ਦੇਖੋ ਇੱਕ ਨਹੀਂ ਬੜੀ ਕ੍ਰਾਈਮ ਹੁੰਦੀ ਹੈ। ਜਿਹੜੇ ਬੰਦੇ ਨੂੰ ਨਸ਼ਾ ਨਹੀਂ ਮਿਲਿਆ ਉਹਨੇ ਲੁੱਟਾਂ ਖੋਹਾਂ ਕਰਨੀਆਂ। ਉਸ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਬੰਦਾ ਲੁੱਟ ਖੋਹ ਯਾਨੀ ਨਸ਼ਾ ਕਰ ਰਿਹਾ। ਜਿਸ ਬੰਦੇ ਨੇ ਆਪਣੀ ਮਿਹਨਤ ਨਾਲ ਕੋਈ ਮੋਬਾਈਲ ਲਿਆਂਦਾ, ਕੁਝ ਵੀ ਲਿਆਂਦਾ ਹੋਇਆ, ਜਿਹੜਾ ਬੰਦਾ 1 ਮਿੰਟ 'ਚ ਉਹਦਾ ਫੋਨ ਖੋਹ ਕੇ ਲੈ ਗਿਆ, ਉਹਦੀ ਤਾਂ ਮਿਹਨਤ ਗਈ ਵਿਚਾਰੇ ਦੀ। ਚਲੋ ਇੱਕ ਨਸ਼ੇੜੀ ਫੜਿਆ ਵੀ ਜਾਂਦਾ, ਵੱਧ ਤੋਂ ਵੱਧ ਕੀ ਹੋਊਗਾ? ਉਹਦੇ ਵੀ ਪਰਚਾ ਦਰਜ ਹੋ ਜਾਊਗਾ, ਉਹਦੇ ਵੀ ਦਿਲੋਂ ਡਰ ਖਤਮ ਹੋ ਜਾਂਦਾ ਵਾ। ਅੱਜ ਮੈਂ ਇੱਕ ਗੱਲ ਕਹਿੰਦਾ ਕਿ ਨਸ਼ੇੜੀ ਨਹੀਂ ਆਂਦਾ ਅੱਗੇ। ਇਸ ਟਾਈਮ ਆਪਾਂ ਕਿੰਨੀ ਇੰਟਰਵਿਊ ਕੀਤੀ ਹੋਣੀ, ਕੋਈ ਨਸ਼ੇੜੀ ਨਹੀਂ ਕਹਿੰਦਾ ਉਹ ਖੁਸ਼ ਹੈ, ਉਹ ਖੁਸ਼ ਹੈ ਜੀ, ਉਹ ਖੁਸ਼ ਹੈ। ਪਰ ਉਹ ਠੀਕ, ਉਹਨੂੰ ਕਹਿੰਦਾ ਗੱਲ ਇਹ ਵੀ ਹੈ ਲੋਕਡਾਊਨ 'ਚ ਨਸ਼ਾ ਵੀ ਬੜਾ ਵਧੀਆ, ਮਤਲਬ ਆਰਾਮ ਨਾਲ ਮਿਲਣ ਲੱਗ ਗਿਆ। ਉਹਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਚੱਲ ਡਰਿੰਕ ਕਰ ਰਿਹਾ, ਕੁਝ ਵੀ ਕਰ ਰਿਹਾ, ਆਰਾਮ ਨਾਲ ਖਾ ਰਿਹਾ, ਪੀ ਰਿਹਾ, ਸੋ ਰਿਹਾ। ਮੌਕਾ ਮਿਲਿਆ ਚੋਰੀ ਕਰ ਲਈ, ਚੋਰੀ ਨਾਲ ਹੋਰ ਪਰੇਸ਼ਾਨ ਹੋਇਆ ਇੱਕ ਆਮ ਬੰਦਾ। ਹੁਣ ਭਲਵਾਨ ਬੰਦਾ ਇਹ ਤਾਂ ਕਰ ਨਹੀਂ ਸਕਦਾ, ਅਗਲਾ ਕਹਿੰਦਾ ਮਰਦਾ ਮਰ ਜੂਗਾ, ਮੰਗ ਤਾਂ ਮੈਂ ਕਿਤੇ ਕੋਈ ਸਕਦਾ ਨਹੀਂ। ਇਹ ਚੀਜ਼ਾਂ ਵਾ, ਇਹਦੇ ਨਾਲ ਇਹ ਚੀਜ਼ਾਂ ਹੋਣਗੀਆਂ ਕਿ ਸਰਕਾਰ ਨੂੰ ਚਾਹੀਦਾ ਜੇ ਕੁਝ ਵੀ ਕਰਕੇ ਨਸ਼ੇ ਨੂੰ ਪ੍ਰਮੋਟ ਨਾ ਕਰਨ, ਜਿਮਾਂ ਨੂੰ ਖੋਲ੍ਹ ਦੇਣ, ਤਾਂ ਉਹ ਸਾਡੇ ਲਈ ਜ਼ਿਆਦਾ ਵਧੀਆ ਗੱਲ। ਯੂਥ ਲੀਡਰ ਵੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਜਦੋਂ ਸਰਕਾਰ ਆਈ ਸੀ ਤਾਂ ਕਿਹਾ ਗਿਆ ਸੀ ਪੰਜਾਬ ਦਾ ਕੈਪਟਨ ਗੁਟਕਾ ਸਾਹਿਬ ਆਤੇ ਹੀ ਫੜਦੇ ਨੇ, ਮੈਂ ਨਸ਼ਾ ਖਤਮ ਕਰ ਦਾਂਗਾ। ਮਤਲਬ ਯੂਥ ਕਾਫੀ ਪਿੱਛੇ ਲੱਗੀ ਸੀ। ਯੂਥ ਨੇ ਇੱਕ ਨਾਰਾ ਲਾਇਆ ਸੀ, ਪੰਜਾਬ ਦਾ ਕੈਪਟਨ ਨਾਲ ਲਗਾਇਆ ਸੀ ਵੀ ਸਾਡਾ ਕੁਝ ਜੋ ਹੈ, ਜਿਵੇਂ ਕਿਹਾ ਗਿਆ ਸੀ ਕਿਸਾਨਾਂ ਦੇ ਜੋ ਹੈ ਉਹ ਵੀ ਮਾਫ ਕਰ ਦਿੱਤੇ ਜਾਣਗੇ, ਜੋ ਉਹਨਾਂ ਨੇ ਲੋਨ ਲਿੱਤੇ ਹੋਏ ਨੇ ਉਹ ਵੀ ਮਾਫ ਕਰ ਦਿੱਤੇ ਜਾਣਗੇ। ਹੁਣ ਯੂਥ ਨਾਲ ਖੜਾ? ਬਿਲਕੁਲ ਨਹੀਂ ਖੜਾ ਜੀ। ਇੱਦਾਂ ਦੇ ਮੌਕੇ 'ਤੇ ਜਦੋਂ ਅਸੀਂ ਸਾਰਿਆਂ ਦੀ ਗੱਲ ਸੁਣਦੇ ਹਾਂ, ਐਕਚੁਅਲ 'ਚ ਸਾਡੇ ਨਾਲ ਜਿਹੜੇ ਜਿਮ ਯੂਨੀਅਨ ਚੱਲ ਰਿਹਾ ਸਾਰਾ ਯੂਥ ਹੀ ਹੈ, ਔਰ ਅਸੀਂ ਦੇਖ ਰਹੇ ਹਾਂ। ਮੈਂ ਕਹਿੰਦਾ ਜਿਮ ਨਾ ਖੋਲ੍ਹਣ, ਮੈਂ ਕਹਿੰਦਾ ਨਾ ਖੋਲ੍ਹਣ, ਘੱਟੋ ਘੱਟ ਆਵਾਜ਼ ਤਾਂ ਸੁਣ ਲੈਣ। ਤੁਹਾਡੇ ਕੋਲ ਇਹ ਵੀ ਟਾਈਮ ਨਹੀਂ ਕਿ ਤੁਸੀਂ ਜਿਹੜੇ ਜਿਮ ਬੰਦ ਹੈ ਉਹਦੀ ਆਵਾਜ਼ ਤਾਂ ਸੁਣੋ, ਤੁਸੀਂ ਜਵਾਬ ਤਾਂ ਦਿਓ। ਅਸੀਂ ਇਸ ਚੀਜ਼ ਨੂੰ ਐਗਰੀ ਹੁੰਦੇ ਹਾਂ ਵੀ ਚਲੋ ਕੋਈ ਕਾਰਨ ਤੇ ਜਿਮ ਨਹੀਂ ਖੋਲ੍ਹਣਾ, ਪਰ ਸਾਡੀ ਆਵਾਜ਼ ਤਾਂ ਸੁਣੋ। ਅਸੀਂ ਤੁਹਾਡੇ ਮੂਹਰੇ ਆਪਣਾ ਪੱਖ ਰੱਖੀਏ। ਜਦ ਬਾਜ਼ਾਰ ਖੁੱਲ੍ਹੇ,
ਸਾਰਾ ਕੁਝ ਖੁੱਲ੍ਹਾ ਹੈ। ਇੰਡਸਟਰੀ ਦੇ ਵਿੱਚ 500 ਬੰਦਾ ਕੰਮ ਕਰਦਾ ਇੱਕ ਛੱਤ ਦੇ ਨੀਚੇ, ਠੀਕ ਹੈ ਜੀ। ਉੱਥੇ ਕਰੋਨਾ ਨਹੀਂ ਫੈਲਦਾ। ਮਾੜਾ ਜਿਹਾ ਤੁਸੀਂ ਸੜਕ ਤੇ ਕੈਮਰਾ ਘੁਮਾਓ ਜੀ ਵੀਰ ਜੀ, ਦੇਖੋ ਆ ਦੇਖੋ ਬਾਹਰ ਰੇੜੀਆਂ ਤੇ ਉਹ 4-4 ਬੰਦੇ ਲੱਗੇ ਹੋਏ ਖਾਣ। ਮੇਰਾ ਕਿਸੇ ਦਾ ਕੰਮ ਹੁਣ ਬੰਦ ਕਰਾਉਣ ਤੋਂ ਮਕਸਦ ਨਹੀਂ ਹੈ, ਪਰ ਇੱਥੇ ਕਰੋਨਾ ਨਹੀਂ ਆਂਦਾ। ਵੀ ਸਮਝ ਤੋਂ ਬਾਹਰ ਹੈ ਵੀ ਆਪਾਂ ਨੂੰ ਕਿੱਦਾਂ ਦੇ ਸਲਾਹਕਾਰ ਮਿਲੇ ਹੋਏ ਆ ਵੀ ਇੱਥੇ ਕਰੋਨਾ ਨਹੀਂ ਆਣਾ ਤੇ ਜਿਮ ਦੇ ਅੰਦਰ 5 ਬੰਦੇ ਵਾੜ ਦੋ ਕਰੋਨਾ ਆ ਜਾਣਾ। ਬਟ ਨੌਨਸੈਂਸ ਯਾਰ, ਇਹ ਕੀ ਹੋ ਰਿਹਾ? ਯੂਥ ਨੂੰ ਜਵਾਬ ਚਾਹੀਦਾ ਹੁੰਦਾ। ਯੂਥ ਤੁਹਾਡੇ ਨਾਲ ਕਿਉਂ ਜੁੜੂਗਾ? ਸਾਡੇ ਨਾਲ ਕੋਈ MLA ਕੋਈ MP ਜੋ ਵੀ ਅਸੀਂ ਉਹਨੂੰ ਕਿਉਂ ਬਣਾਉਂਦੇ ਆ? ਦੇ ਆਲ ਆਰ ਪਬਲਿਕ ਸਰਵੈਂਟ। ਜੇ ਮੈਂ ਵੀ ਅੱਜ ਨਾਲ ਹੈ ਨਾ, ਇਹ ਕੱਲ ਮੇਰੇ ਨਾਲ ਨਹੀਂ ਖੜੇ ਹੋਣਗੇ ਜੇ ਮੈਂ ਇਹਨਾਂ ਦਾ ਸਾਥ ਨਹੀਂ ਦਊਂਗਾ। ਸੱਚ ਲਈ ਬੋਲੋ। ਸਰਕਾਰ ਨਾਲ ਮੇਰੀ ਕੋਈ ਲੜਾਈ ਨਹੀਂ ਹੈ, ਪਰ ਜਵਾਬ ਤਾਂ ਦਿਓ ਯਾਰ। ਇਸ ਮੁੱਦੇ ਦੇ ਸਾਡਾ ਇੱਕ ਸਾਥੀ ਵਰਿੰਦਰ ਕੋਹਲੀ ਚਲਾ ਗਿਆ, ਇੱਕ ਸਾਥੀ ਜਾਣ ਵਾਲਾ ਸੀ, ਤੀਸਰਾ ਤੁਹਾਡੇ ਕੋਲ ਖੜਾ, ਸਾਹਮਣੇ ਸਾਰੇ ਗਵਾਹ ਹੈ। ਪਰ ਸਰਕਾਰ ਕੋ ਜਵਾਬ ਦੇਣ ਦਾ ਵੀ ਸਮੇਂ ਨਹੀਂ ਹੈਗਾ, ਟਾਈਮ ਨਹੀਂ ਹੈਗਾ। ਤੁਸੀਂ ਘੱਟੋ ਘੱਟ ਜਿਮ ਯੂਨੀਅਨ ਦੀ ਗੱਲ ਸੁਣੋ, ਉਹਨਾਂ ਨੂੰ ਜਵਾਬ ਦਿਓ ਵੀ ਆਹ ਦਿੱਕਤ ਹੈ, ਆਹ ਪਰੇਸ਼ਾਨੀ ਹੈ, ਉਹਨਾਂ ਦੀ ਪਰੇਸ਼ਾਨੀਆਂ ਸਮਝੋ। ਤੁਸੀਂ ਸਭ ਤੋਂ ਵੱਡੀ ਗੱਲ ਇਹ ਦੇਖੋ, ਜਿੰਨੇ ਵੀ ਆਪਣੇ ਜਿਮ ਯੂਨੀਅਨ ਹੈਗੇ, ਜਿੰਨੇ ਵੀ 80 to 90% ਜਿਹੜੇ ਜਿਮ ਹੈ ਉਹ ਸਾਰੇ ਇਹਨਾਂ ਨੇ ਜਿਹੜੇ ਹੈਗੇ ਕਿਰਾਏ ਤੇ ਲਿੱਤੇ ਹੋਏ। ਉਹਨਾਂ ਦੇ ਅੰਦਰ ਇਕਵਿਪਮੈਂਟਸ ਹੈ। ਜਿਹੜਾ ਨਵਾਂ ਬੱਚਾ ਖੜਾ ਹੋਇਆ ਉਹਨੇ 5-7-10 ਲੱਖ ਦਾ ਲੋਨ ਲਿੱਤਾ, ਮਸ਼ੀਨਾਂ ਲਿੱਤੀਆਂ, ਜਿਮ ਖੋਲ੍ਹ ਲਿਆ। ਕਿੱਥੋਂ ਭਰੂਗਾ ਜੀ? ਬਰਬਾਦ ਹੋ ਜਾਏਗਾ, ਉਹ ਨਸ਼ਿਆਂ 'ਚ ਜਾਏਗਾ। ਕਿੱਦਾਂ ਅਸੀਂ ਯੂਥ ਨੂੰ ਸੰਭਾਲਾਂਗੇ? ਯੂਥ ਦੀ ਪੁਕਾਰ ਸੁਣੋ। ਅੱਜ ਨਹੀਂ ਤਾਂ ਕੱਲ ਨੌਜਵਾਨ ਦੀ ਸੁਣਨੀ ਤਾਂ ਪੈਣੀ ਹੈ। ਔਰ ਵੈਸੇ ਵੀ ਜੇ ਸਰਕਾਰ ਨੂੰ ਜੇ ਆਪਾਂ ਆਪਣੀ ਆਵਾਜ਼ ਪਹੁੰਚਾਣੀ ਹੈ ਨਾ, ਤੇ ਸਾਡੇ ਸਾਰੇ ਨੌਜਵਾਨਾਂ ਨੂੰ ਇਕੱਠੇ ਹੋਣਾ ਪਊਗਾ। ਸਾਡੀ ਇੱਕ ਪੀੜ੍ਹੀ ਨੂੰ ਨਾ ਘੱਟੋ ਘੱਟ ਸ਼ਹਾਦਤ ਦੇਣੀ ਪੈਣੀ ਹੈ, ਬਲੀਦਾਨ ਦੇਣਾ ਪੈਣਾ, ਆਵਾਜ਼ ਚੱਕਣੀ ਪੈਣੀ। ਆਪਣੀ ਆਵਾਜ਼ ਦੱਬੋ ਨਾ, ਸਾਡਾ ਕੋਈ ਕੁਝ ਨਹੀਂ ਕਰਦਾ। ਜੇ ਆਪਾਂ ਸਹੀ ਰਸਤੇ ਤੇ ਚੱਲਦੇ ਹਾਂ ਤੇ ਬਾਣੀ ਕਹਿੰਦੀ ਹੈ ਸ਼ੁਭ ਕਰਮਣ ਤੇ ਕਬਹੋ ਨਾ ਟਰੋ। ਗੱਲ ਇਹ ਹੈ ਕਿ ਜੇ ਤੁਸੀਂ ਵਧੀਆ ਕਰਨਾ ਚਾਹੁੰਦੇ ਹੋ ਪੂਰੇ ਜੋਸ਼ ਨਾਲ ਅੱਗੇ ਆਓ। ਸਰਕਾਰ ਨੂੰ ਜਿਮ ਵਾਲਿਆਂ ਦੀ ਗੱਲ ਪੂਰੀ ਤਰ੍ਹਾਂ ਸੁਣਨੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਹੁਣ ਆਪਾਂ ਸੜਕਾਂ ਤੇ ਦੇਖਿਆ, ਸਾਰਾ ਆਪਾਂ ਕੈਮਰਾ ਘੁਮਾ ਕੇ ਦੇਖਿਆ, ਸਭ ਕੰਮ ਚੱਲ ਰਿਹਾ। ਇੱਕ ਜਿਮ ਵਾਲਿਆਂ ਵਾਸਤੇ ਆਪਣੇ ਕੋਲ ਸਮੇਂ ਨਹੀਂ ਹੈ। ਕੱਲ ਵੀ ਸਾਡੀ ਗੱਲ ਹੋਈ, ADCP ਸਾਹਿਬ ਕੋਲ ਅਸੀਂ ਮੈਮੋਰੰਡਮ ਦਿੱਤਾ, ਬੀਬੀ ਮਾਣੂਕੇ ਜੀ ਨੂੰ ਆਪਾਂ ਦਿੱਤਾ, ਤੇ ਉਹਨਾਂ ਨੇ ਕਿਹਾ ਇਹ 'ਤੇ ਜਲਦੀ ਅਸੀਂ ਫੈਸਲਾ ਲਵਾਂਗੇ। ਮੈਂ ਕਿਹਾ ਫੈਸਲਾ ਨਾ ਲਓ, ਉਹ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ। ਅਸੀਂ ਸਿਸਟਮ 'ਚ ਰਹਿਣਾ ਚਾਹੁੰਦੇ ਹਾਂ। ਸਾਡਾ ਯੂਥ ਇੱਥੋਂ ਕਿਉਂ ਬਾਹਰ ਜਾਂਦਾ, ਕਿਉਂ ਕੈਨੇਡਾ ਜਾਂਦਾ, ਕਿਉਂ ਬਾਹਰ ਜਾ ਰਿਹਾ, ਕਿਉਂ ਜਾ ਰਿਹਾ? ਕਿਉਂਕਿ ਇੱਥੇ ਸਿਸਟਮ ਨਹੀਂ ਹੈ। ਸਾਡੀ ਜਵਾਬਦੇਹੀ ਨਹੀਂ। ਅਗਲਾ ਕਹਿੰਦਾ ਬੋਲਦੇ ਬੋਲੀ ਜਾਂਦੇ, 4-5 ਦਿਨ ਥੱਕ ਕੇ ਬਹਿ ਜਾਣਗੇ। ਦਿੱਕਤ ਇਹ ਹੈ, ਅਗਲੇ ਨੇ ਪਤਾ ਹੈ ਵੀ ਅੱਜ 4 ਦਿਨ ਬੋਲਣਗੇ ਫਿਰ ਬਹਿ ਜਾਣਗੇ। ਦਿੱਕਤ ਸਾਨੂੰ ਸੁਣਵਾਈ ਨਹੀਂ ਹੈ ਸਾਡੀ। ਗੱਲ ਇਹ ਹੈ, ਪਹਿਲਾਂ ਸਰਕਾਰਾਂ ਨੂੰ ਥੋੜਾ ਜਿਹਾ ਡਰ ਹੁੰਦਾ ਸੀ ਵੀ ਚੱਲ ਗੱਲ ਜੋ ਹੈ ਵਰਲਡ ਲੈਵਲ ਤੇ ਨਾ ਪਹੁੰਚ ਜੇ, ਇੰਡੀਅਨ ਲੈਵਲ ਤੇ ਨਾ ਪਹੁੰਚ ਜੇ, ਮੀਡੀਆ 'ਚ ਨਾ ਚਲੀ ਜਾਵੇ। ਹੁਣ ਤਾਂ ਲੱਗਦਾ ਸ਼ਾਇਦ ਡਰ ਹੀ ਨਹੀਂ ਰਿਹਾ ਵੀ ਜੋ ਬੋਲਦਾ ਬੋਲੀ ਜਾਣ ਦਿਓ। ਸ਼ਾਇਦ ਵੋਟਾਂ ਦਾ ਵੀ ਨਹੀਂ ਡਰ ਰਿਹਾ ਵੀ ਇਹਨਾਂ ਨੇ ਤਾਂ ਪੈਗ ਲਾ ਕੇ, ਇਹਨਾਂ ਨੇ ਤਾਂ ਦਾਰੂ ਦੀ ਬੋਤਲ ਦੇਤੀ, ਇਹਨਾਂ ਨੇ ਤਾਂ ਵੋਟ ਦੇ ਦੇਣੀ ਆ, ਸਾਨੂੰ ਤਾਂ ਵੋਟਾਂ ਦੀ ਟੈਨਸ਼ਨ ਹੀ ਨਹੀਂ। ਸ਼ਾਇਦ ਤੁਸੀਂ ਆਹੀ ਸਿਸਟਮ ਸਮਝ ਲਓ। ਅਸੀਂ ਇਸ ਸਿਸਟਮ ਤੋਂ ਤਾਂ ਬਚਣਾ ਚਾਹੁੰਦੇ ਹਾਂ, ਇਸ ਕਰਪਟ ਸਿਸਟਮ ਤੋਂ, ਇਸ ਬੇਈਮਾਨੀ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਹੁਣ ਜਿਹੜੀ ਇਸ ਵਾਰ ਦੀ ਇਲੈਕਸ਼ਨ ਹੈ, ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਡੇ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਟੀਮ ਹੈ, ਸਾਡੇ ਨਾਲ ਰੋਹਿਤ ਵਰਮਾ ਜੀ, ਖੁਦ ਮੈਂ, ਵਿਸ਼ਾਲ ਅਵਸਥੀ, ਸਾਡੇ ਬੀਬੀ ਮਾਣੂਕੇ ਜੀ, ਭਗਵੰਤ ਮਾਨ ਜੀ, ਅਸੀਂ ਸਾਡੀ ਜਿੰਨੀ ਵੀ ਆਮ ਆਦਮੀ ਪਾਰਟੀ ਟੀਮ ਹੈ, ਇਸ ਵਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਦਾਰੂ ਦੀ ਬੋਤਲ ਤੇ ਇਸ ਵਾਰ ਵਿਕ ਨਾ ਜਾਈਏ। ਨਹੀਂ ਤਾਂ ਅਗਲੇ 5 ਸਾਲ ਵੀ ਸਾਨੂੰ ਇੱਦਾਂ ਹੀ ਭੋਗਣੇ ਪੈਣਗੇ ਔਖੇ ਜੇ ਅਸੀਂ ਇਸ ਵਾਰ ਫਿਰ ਦਾਰੂ ਦੀ ਬੋਤਲ ਤੇ ਕੋਈ ਵੀ ਪਾਰਟੀ ਤੋਂ ਇਹੀ ਗੁਜ਼ਾਰਿਸ਼ ਹੈ ਕਿ ਦਾਰੂ ਦੀ ਬੋਤਲ ਤੇ ਕੋਈ ਵੀ ਇਸ ਵਾਰ ਡੁੱਲ ਨਾ ਜਾਏ। ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਕਿ ਸ਼ਾਇਦ ਇਹ ਕੰਮ ਹੁੰਦੇ, ਇਹ ਕੰਮ ਹੁੰਦੇ ਆਏ ਆ, ਪਰ ਇਹਨਾਂ ਤੋਂ ਇਸ ਚੀਜ਼ ਤੇ ਰੋਕ ਵੀ ਅਸੀਂ ਸਾਰੇ ਨੌਜਵਾਨਾਂ ਨੇ ਰਲ ਕੇ ਲਾਣੀ ਹੈ। ਤੇ ਇਹਨਾਂ ਚੀਜ਼ਾਂ ਤੇ ਰੋਕ ਤਦ ਹੀ ਲੱਗ ਸਕਦੀ ਹੈ ਜਦੋਂ ਅਸੀਂ ਜਿਮ ਯੂਨੀਅਨ ਦਾ ਸਾਥ ਦੇਵਾਂਗੇ। ਜਿਮ ਖੋਲ੍ਹੇ ਜਾਣ, ਚਾਹੇ ਸਿਸਟਮ ਨਾਲ, ਡਿਸਪਲਿਨ ਨਾਲ ਖੋਲ੍ਹੇ ਜਾਣ। 5-5 10-10 ਕਰਕੇ ਜਿਹੜਾ ਹੈਗਾ ਜਿਮ ਦੇ ਵਿੱਚ ਲੋਕ ਆਉਣ, ਆਪਣੀ ਐਕਸਰਸਾਈਜ਼ ਕਰਨ। ਇੱਕ ਸਿਸਟਮ ਬਣਾਇਆ ਜਾਵੇ, ਇਹਨਾਂ ਨੂੰ ਇੱਕ ਸਿਸਟਮ ਦਿੱਤਾ ਜਾਵੇ, ਕਿਉਂਕਿ ਇਸ ਟਾਈਮ ਜਿਮ ਵਾਲਿਆਂ ਦੀ ਜਿਹੜੀ ਆਰਥਿਕ ਹਾਲਤ ਹੈ ਬਹੁਤ ਮੰਦੀ ਹੋਈ ਪਈ। ਗੱਲ ਕਰ ਰਿਹਾ ਸੀ ਜਦੋਂ ਪਹਿਲਾਂ, ਉਦੋਂ ਕਾਫੀ ਮਤਲਬ ਮੈਨੂੰ ਪਤਾ ਲੱਗ ਰਿਹਾ ਸੀ ਵੀ ਰੋਣਾ ਰੋਕ ਰਹੇ ਸੀ, ਹਾਸਾ ਦਿਖਾ ਕੇ ਰੋਣਾ ਰੋਕ ਰਹੇ ਸੀ, ਪਰ ਅੰਤ ਵਿੱਚ ਅੱਖਾਂ 'ਚੋਂ ਪਾਣੀ ਨਿਕਲ ਹੀ ਆਇਆ। ਭਾਜੀ ਆਪਾਂ ਕੀ ਕਹੀਏ ਹੁਣ, ਕਹਿੰਦੇ ਜ਼ਿੰਦਗੀ 'ਚ ਆਏ ਆ ਤਾਂ ਹੱਸਣਾ ਤਾਂ ਪੈਣਾ ਆ। ਆਪਾਂ ਕਿਉਂ ਲੋਕਾਂ ਅੱਗੇ ਹੱਸ ਕੇ ਆਪਣੇ ਦੁੱਖ ਨੂੰ ਛੁਪਾ ਸਕਦੇ ਹਾਂ। ਅਗਰ ਆਪਾਂ ਰੋਣ ਲੱਗ ਗਏ, ਅਗਲੇ ਨੇ ਕਹਿਣਾ ਯਾਰ ਇਹ ਭਲਵਾਨ ਬੰਦਾ ਕਿੱਦਾਂ ਦਾ। ਕਹਿੰਦੇ ਗੱਲਾਂ ਕਰਨ ਵਾਲੇ ਬਥੇਰੇ ਹੁੰਦੇ ਆ। ਤੁਸੀਂ ਹੁਣ ਇੱਕ ਗੱਲ ਸ਼ੁਰੂ ਕਰੋ ਤੇ ਗੱਲ ਵੱਧਦੀ 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 ਬਹੁਤ ਅੱਗੇ ਵੱਧ ਜਾਂਦੀ ਆ। ਅਸੀਂ ਕੈਮਰੇ ਦੇ ਅੱਗੇ ਤਾਂ ਹੱਸ ਰਹੇ ਆ, ਪਰ ਸਾਡੇ ਦਰਦ ਉਹ ਸਾਨੂੰ ਹੀ ਪਤਾ। ਜਿਸ ਦਿਨ ਮੈਂ ਉਸ ਘਰ ਦੇ ਵਿੱਚ ਗਿਆ ਸੀਗਾ ਨਾ, ਤੇ ਉਸ ਦਿਨ ਮੈਨੂੰ ਬੜਾ ਫੀਲ ਹੋਇਆ ਸੀਗਾ। ਪਰ ਮੈਂ ਉਸ ਘਰ ਦੇ ਅੰਦਰ ਉਹ ਹਾਲਾਤ ਦੇਖੇ ਜੋ ਆਪਣੇ ਮੈਂ ਦੇਖੇ ਸੀਗੇ, ਕਿਉਂਕਿ ਮੈਨੂੰ ਤਾਂ 6 ਮਹੀਨੇ ਹੋ ਗਏ ਸੀਗੇ। ਮੈਂ ਉਸ ਟਾਈਮ ਇੱਕ ਚੀਜ਼ ਸੋਚੀ, ਮੈਂ ਕਿਹਾ ਯਾਰ ਅੱਜ ਇਹ ਬੰਦਾ ਚਲਾ ਗਿਆ ਦੁਨੀਆ ਦੇ ਵਿੱਚ, ਇਹਦੇ ਪਿੱਛੇ 7 ਸਾਲ ਦਾ ਬੇਟਾ, ਮੇਰੇ ਵੀ ਇੱਕ 7 ਸਾਲ ਦੀ ਬੇਟੀ ਹੈਗੀ ਆ। ਅੱਜ ਉਸ ਬੇਟੀ ਨੂੰ ਨਹੀਂ ਪਤਾ ਕਿ ਮੇਰੀ ਮਦਰ ਕਿੱਥੇ ਚਲੀ ਗਈ ਹੈ। ਅੱਜ ਕਿਆ ਉਸ ਬੱਚੇ ਨੂੰ ਪਤਾ ਹੋਊਗਾ ਕਿ ਮੇਰਾ ਪਿਓ ਕਿੱਥੇ ਚਲਾ ਗਿਆ? ਜਿਸ ਬੰਦੇ ਨੇ ਸਾਰਾ ਕੁਝ ਕਮਾ ਕੇ ਹਰ ਚੀਜ਼ ਉਹਨਾਂ ਦੇ ਹਰ ਫਰਮਾਇਸ਼ਾਂ ਉਹਦੀ ਪੂਰੀ ਕਰਨੀ ਸੀਗੀ, ਪਰ ਅੱਜ ਬੱਚੇ ਦਾ ਸਾਇਆ ਉਹਦਾ ਨਹੀਂ ਹੈਗਾ, ਪਿਓ ਦਾ ਸਾਇਆ ਨਹੀਂ ਉੱਤੇ। ਕਹਿੰਦਾ ਬੱਚਾ ਨਾ ਪਿਓ ਦੀ ਉਂਗਲ ਫੜ ਕੇ ਸਹੀ ਆ ਤੁਰਨਾ ਸਿੱਖਦਾ, ਸਹੀ ਆ ਗਲਤ ਉਹਦੇ ਘਰ ਦੇ ਸਿਖਾਉਂਦੇ ਉਹਨੂੰ। ਪਰ ਉਹ ਅੱਜ ਉਹ ਬੰਦਾ ਚਲਾ ਗਿਆ।
ਉਹਦੀ ਮਦਰ ਨੂੰ ਕੀ ਕਹਿਣਗੇ ਕਿ ਪੁੱਤ ਤੇਰੇ ਪਾਪਾ ਨੇ ਸੁਸਾਈਡ ਕੀਤਾ ਸੀਗਾ। ਇੱਕ ਕੁਐਸਚਨ ਆ, ਮੈਂ ਸਰਕਾਰ ਲਈ ਵੀ ਕੁਐਸਚਨ ਤੇ ਆਪਣੇ ਲੋਕਾਂ ਲਈ ਵੀ ਇੱਕ ਕੁਐਸਚਨ ਆ ਕਿ ਆਪਾਂ ਉਹਨੂੰ ਕੀ ਕਵਾਂਗੇ, ਤੇਰੇ ਪਾਪਾ ਨੇ ਸੁਸਾਈਡ ਕਿਉਂ ਕੀਤਾ? ਕਿਆ ਉਹਦਾ ਪਾਪਾ ਨਸ਼ੇੜੀ ਸੀਗਾ? ਨਾ, ਉਹਦੀ ਗਲਤੀ ਇਹ ਸੀਗਾ ਕਿ ਲੋਕਾਂ ਨੂੰ ਫਿੱਟ ਕਰ ਰਿਹਾ ਸੀਗਾ। ਉਹ ਆਪ ਆਰਥਿਕ ਤੰਗੀ ਦੇ ਵਿੱਚ ਆ ਗਿਆ, ਇਸ ਕਰਕੇ ਉਹਨੇ 3 ਸਲਵਾਰ ਦੀ ਗੋਲੀਆਂ ਖਾਧੀਆਂ। ਅਗਰ ਨਸ਼ੇੜੀ ਹੁੰਦਾ ਤਾਂ ਕੋਈ ਬੰਦਾ ਉਹਦੇ ਘਰੇ ਨਾ ਜਾਂਦਾ, ਉਹ ਭਲਵਾਨ ਸੀਗਾ। ਪਰ ਮੈਂ ਇੱਕ ਚੀਜ਼ ਇਹੀ ਕਹਿੰਦਾ ਕਿ ਚਲੋ ਜੋ ਉਹਨੇ ਕਰ ਲਿਆ ਠੀਕ ਆ, ਪਰ ਅੱਜ ਸਰਕਾਰ ਉਹਦੀ ਮਦਦ ਕਰੇ ਤੇ ਸਾਡੇ ਜਿਮ ਜਲਦੀ ਖੋਲੇ ਜਾਣ। ਮੈਂ ਸ਼ੁਰੂਆਤ 'ਚ ਗੱਲ ਕਹੀ ਸੀ, ਸਟਾਰਟਿੰਗ 'ਚ ਬੋਲਿਆ ਸੀ ਕਿ ਤੁਸੀਂ ਉਹ ਵਿਅਕਤੀ ਹੋ ਅਨਫਿਟ ਨੂੰ ਫਿੱਟ ਬਣਾਇਆ, ਮੋਟਾਪੇ ਨੂੰ ਦੂਰ ਕੀਤਾ, ਵੱਡੀਆਂ ਵੱਡੀਆਂ ਬਿਮਾਰੀਆਂ ਨੂੰ, ਓਬੈਸਿਟੀ ਨੂੰ ਦੂਰ ਕੀਤਾ ਤੁਸੀਂ। ਪਰ ਅੱਜ ਮੈਂ ਦੇਖ ਰਿਹਾ ਆਪ ਹੀ ਅਨਫਿਟ ਹੋਏ ਪਏ ਹੋ। ਮਤਲਬ ਕਿੱਥੇ ਲਿਆ ਕੇ, ਮਤਲਬ ਤੁਸੀਂ ਸ਼ੁਰੂਆਤ ਜਦੋਂ ਕੀਤੀ ਹੋਏਗੀ ਉਦੋਂ ਅਨਫਿਟ ਹੋ ਗਏ, ਆਪਣੇ ਆਪ ਨੂੰ ਪੂਰੇ ਤਰੀਕੇ ਨਾਲ 2-3 ਸਾਲ ਲੱਗਦੇ ਆ। ਇਦਾਂ ਨਹੀਂ ਸਿਕਸ ਪੈਕ ਬਣਦੇ, ਇਦਾਂ ਨਹੀਂ ਡੋਲੇ ਬਣਦੇ, 2-3 ਸਾਲ ਲੱਗਦੇ ਨੇ। ਤੇ ਸਰਕਾਰ ਨੇ 1 ਸਾਲ 'ਚ ਹੀ ਦੁਬਾਰਾ ਬੈਕ, ਮਤਲਬ ਇੰਨੇ ਸਾਲਾਂ ਦੀ ਮਿਹਨਤ, 10-15 ਸਾਲ ਦੀ ਮਿਹਨਤ ਬੈਕ ਲਿਆਤਾ। ਦੇਖੋ ਜਦ ਆਪਾਂ ਐਕਸਰਸਾਈਜ਼ ਕਰਦੇ ਨਾ, ਸਾਡਾ ਖਾਣਾ ਪੀਣਾ ਬਿਲਕੁਲ ਪ੍ਰੋਪਰ ਹੁੰਦਾ। ਜੋ ਆਪਾਂ ਪ੍ਰੋਟੀਨਸ ਵਗੈਰਾ ਲੈਣੇ ਆ, ਜੋ ਜੂਸ ਲੈਣਾ, ਪਨੀਰ ਲੈਣਾ, ਹਰ ਚੀਜ਼ ਲੈਣੀ, ਉਹ ਪ੍ਰੋਪਰ ਲੈਣਾ। ਉਸ ਤੋਂ ਬਾਅਦ ਅਗਰ ਆਪਾਂ ਨੂੰ ਪਤਾ ਕਿ ਆਪਾਂ ਇੰਨੇ ਕਾਰਬਸ ਲੈ ਰਹੇ ਤਾਂ ਆਪਾਂ ਨੂੰ ਬੋਡੀ ਓਨੀ ਹੀ ਜ਼ਿਆਦਾ ਐਕਸਰਸਾਈਜ਼ ਲਾਉਣੀ ਪੈਂਦੀ ਸੀਗੀ। ਮੈਂ ਆਪ ਕਹਿੰਦਾ ਕਿ ਮੈਂ 3-3 ਘੰਟੇ ਐਕਸਰਸਾਈਜ਼ ਜਿਮ 'ਚ ਲਾਉਂਦਾ ਰਿਹਾ ਇਕੱਲਾ। ਇੱਕ ਫੀਲਿੰਗ ਹੁੰਦੀ ਸੀ ਯਾਰ ਮੈਂ ਬੋਡੀ ਬਹੁਤ ਵਧੀਆ ਬਣਾਉਂਗਾ, 4 ਬੰਦੇ ਮੈਨੂੰ ਦੇਖਣਗੇ, ਮੈਨੂੰ ਇੰਪ੍ਰੈਸ ਹੋਣਗੇ। ਜਦ ਆਪਾਂ ਵਧੀਆ ਟੀ-ਸ਼ਰਟਸ ਪਾਉਂਦੇ ਸੀ, ਇੱਕ ਗੁੱਡ ਲੁਕਿੰਗ ਹੁੰਦੀ। ਅੱਜ ਮੈਂ ਕਹਿੰਦਾ ਇਹ ਦੇਖ ਲਓ ਕੀ ਹਾਲ ਹੋਇਆ ਪਿਆ। ਹੁਣ ਵੀ ਸਰਕਾਰ ਕੋ ਸਬਕ ਲੈ ਸਕਦੀ ਹੈ। ਤੁਹਾਡੇ ਨਾਲ ਹੀ ਹੋਇਆ, ਸਾਡੇ ਨਾਲ ਵੀ ਇਹੀ ਹੋਇਆ। ਅਸੀਂ ਵੀ ਜਾਂਦੇ ਸੀ ਜਿੰਮਾਂ 'ਚ, ਅਸੀਂ ਵੀ ਫਿੱਟ ਰਹਿੰਦੇ ਸੀ। ਮੇਰੀਆਂ ਵੀ ਤਸਵੀਰਾਂ ਜੇ ਸਾਲ ਪਹਿਲਾਂ ਦੀ ਦੇਖੇ ਜਾਣ, ਮੈਂ ਵੀ ਪੂਰਾ ਫਿੱਟ ਸੀਗਾ। ਪਰ ਮੈਂ ਵੀ ਤਾਂ ਹੀ ਇਹ ਗੱਲਾਂ ਕਰ ਰਿਹਾ ਤੁਹਾਡੇ ਨਾਲ। ਸਰ ਮੈਂ ਤਾਂ ਇੱਕ ਚੀਜ਼ ਜਾਣਦਾ, ਦੇਖੋ ਨਸ਼ਾ ਬਹੁਤ ਗੰਦੀ ਚੀਜ਼ ਹੈ, ਕਿਉਂਕਿ ਮੈਂ ਇਹ ਦੌਰ 'ਚੋਂ ਗੁਜ਼ਰ ਚੁੱਕਾ। ਹੁਣ ਮੈਨੂੰ 1 ਵੀਕ ਹੋ ਗਿਆ ਕਿ ਮੈਂ ਹੁਣ ਸ਼ਰਾਬ ਨਹੀਂ ਪੀਤੀ, ਮੈਨੂੰ ਨੀਂਦ ਨਹੀਂ ਆ ਰਹੀ ਹੈ। ਅਗਰ ਮੈਨੂੰ ਕੋਈ ਸਮਝਾਉਣ ਵਾਲਾ ਬੰਦਾ ਨਹੀਂ ਮਿਲਿਆ, ਹੁਣ ਮੈਂ ਕੀ ਕਰਦਾ, ਇੱਕ ਘਰ ਮੇਰੇ ਜਿਮ 'ਚ ਘਰ ਹੈਗਾ, ਜਿਮ 'ਚ ਘਰ ਹੈ ਤੇ ਉੱਥੇ ਮੈਂ ਆਰਾਮ ਨਾਲ ਐਕਸਰਸਾਈਜ਼ ਲਗਾਉਣਾ। ਜਦ ਮੈਂ ਸ਼ਾਮ ਨੂੰ ਥੋੜ੍ਹੀ એનર્ਜੀ ਬੂਸਟ ਕਰਦਾ ਆਪਣੀ, ਮੈਂ ਐਕਸਰਸਾਈਜ਼ ਲਾਉਣਾ, ਮੈਨੂੰ ਪਸੀਨਾ ਆਉਂਦਾ, ਮੈਨੂੰ ਖੁਸ਼ੀ ਹੁੰਦੀ ਯਾਰ। ਮੈਂ ਪਤਾ ਕੀ ਸੋਚਦਾ ਕਿ ਦੀਪਕ ਸ਼ਾਇਦ ਜਿਹੜੀ ਗਲਤੀ ਤੂੰ 4 ਮਹੀਨੇ ਪਹਿਲਾਂ ਕੀਤੀ ਉਹੀ ਤੂੰ ਪਹਿਲਾਂ ਕਰ ਲੈਂਦਾ, ਤੂੰ ਐਕਸਰਸਾਈਜ਼ ਲਗਾਉਂਦਾ ਰਹਿੰਦਾ, ਸ਼ਾਇਦ ਤੂੰ ਇਹ ਹਾਲਾਤਾਂ 'ਚ ਨਾ ਪੈਂਦਾ। ਬਟ ਜੇ ਸਰਕਾਰਾਂ ਨੇ ਹੀ ਸਾਨੂੰ ਉਸ ਹਾਲਾਤ 'ਚ ਖੜਾ ਕਰ ਦਿੱਤਾ, ਜਦ ਆਪਾਂ ਕਹਿੰਦੇ ਜਦ ਇੱਕ ਘਰ ਦਾ ਮੁਖੀਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਕਿ ਫੈਸਲੇ ਸਹੀ ਕਰਨੇ ਆ ਗਲਤ ਕਰਨੇ ਆ। ਇੱਕ ਘਰ ਦੇ ਮੁਖੀਆ ਨੂੰ ਹੁੰਦਾ ਕਿ ਹਾਂ ਵੀ ਅਗਰ ਯਾਰ ਮੈਂ ਕੋਈ ਫੈਸਲਾ ਲੈ ਰਿਹਾ ਸਹੀ ਆ ਕਿ ਗਲਤ ਆ, ਕਿ ਮੇਰੇ ਫੈਮਿਲੀ ਲਈ ਇਹ ਚੀਜ਼ ਬੈਟਰ ਆ ਕਿ ਗਲਤ ਆ। ਹੁਣ ਮੈਂ ਕਹਿੰਦਾ ਜੇ ਸਾਡੇ ਸਟੇਟ ਦੀ ਗੌਰਮੈਂਟ ਲਾ ਲਓ, ਆਪਾਂ ਸਟੇਟ ਦੀ ਗੌਰਮੈਂਟ ਨੂੰ ਕਹਿੰਦੇ ਆ ਕਿ ਉਹ ਇੱਕ ਰਾਜੇ ਵੀ ਕਹਿ ਲਓ, ਮਹਾਰਾਜੇ ਵੀ ਕਹਿ ਲਓ, ਉਹਨਾਂ ਨੂੰ ਕਵਾਂਗੇ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਇਹ ਚੀਜ਼ ਸਹੀ ਆ ਕਿ ਇਹ ਚੀਜ਼ ਗਲਤ ਹੈ। ਨਸ਼ਾ ਕਿਹੜਾ ਬੰਦਾ ਕਹੂਗਾ ਕਿ ਨਸ਼ਾ ਸਹੀ ਹੈ? ਨਸ਼ਾ ਪਤਾ ਕਿਹੜਾ ਬੰਦਾ ਕਹੂਗਾ ਸਹੀ? ਜਿਹੜਾ ਨਸ਼ੇੜੀ ਹੋਊਗਾ। ਉਹਨੇ ਕਹਿਣਾ ਭਾਜੀ ਇਹਦੇ ਵਰਗੀ ਤਾਂ ਚੀਜ਼ ਨਹੀਂ ਕੋਈ। ਉਹ ਜਿਹੜਾ ਬੰਦਾ ਜਿਮ ਲਵਰ ਹੋਏਗਾ ਨਾ, ਉਹ ਪਤਾ ਕੀ ਹੋਊਗਾ, ਭਾਜੀ ਮੈਂ ਵਰਕਆਊਟ ਕਰਨਾ, ਮੈਨੂੰ ਵਧੀਆ ਲੱਗਦਾ, ਜਦ ਮੇਰੀ ਐਕਸਰਸਾਈਜ਼ ਨਾਲ ਪਸੀਨੇ ਨਾਲ ਟੀ-ਸ਼ਰਟ ਭਿੱਜੀ ਹੁੰਦੀ ਨਾ, ਉਹਨੂੰ ਉਸ ਚੀਜ਼ ਨੂੰ ਦੇਖ ਕੇ ਖੁਸ਼ੀ ਆਉਂਦੀ। ਜਦ ਉਹ 1 ਮੰਥ ਬਾਅਦ ਆਪਣੇ ਬੋਡੀ ਦੇ ਟ੍ਰਾਂਸਫਰ ਦੇਖਦਾ ਨਾ ਕਿ ਹਾਂ ਮੇਰੀ ਯਾਰ ਬੋਡੀ ਇਹ ਸਾਈਡ ਚਲੀ ਗਈਆਂ, ਮੇਰੇ ਐਪਸ ਕਲੀਅਰ ਹੋ ਰਹੇ, ਜਦ ਉਹਦਾ 2 ਪੈਕ ਹੀ ਕਲੀਅਰ ਹੋਣ ਪਰ ਉਹ ਖੁਸ਼ੀ ਹੁੰਦੀ ਹੈ ਕਿ ਹਾਂ ਮੇਰੇ 2 ਪੈਕ ਕਲੀਅਰ ਹੋ ਗਏ। ਬਟ ਜਦ ਆਪਾਂ ਹਰ ਚੀਜ਼ ਨੂੰ ਖਤਮ ਹੀ ਕਰ ਰਹੇ ਹਾਂ, ਜਾਂ ਸਰਕਾਰ ਸਾਨੂੰ ਸਾਫ਼ ਕਹਿ ਦੇਵੇ ਕਿ ਹਾਂ ਵੀ ਅਸੀਂ 1 ਸਾਲ ਜਿਮ ਨਹੀਂ ਖੋਲ੍ਹਣੇ, 2 ਸਾਲ ਨਹੀਂ ਖੋਲ੍ਹਣੇ, ਜਦ ਵੀ ਡੀਸੀ ਸਾਹਿਬ ਕੋਈ ਦਿੰਦੇ ਆ ਕਿ ਹਾਂ ਆਪਾਂ ਸੋਚਦੇ ਆ, ਕੈਪਟਨ ਸਾਹਿਬ ਦੀ ਹਦਾਇਤਾਂ ਆਉਂਦੀਆਂ, ਆਪਾਂ ਸੁਣਦੇ ਆ ਕਿ ਯਾਰ ਇੱਕ ਖੁਸ਼ੀ ਹੁੰਦੀ ਹੈ ਕਿ ਹਾਂ ਵੀ ਸ਼ਾਇਦ ਸਾਡੇ ਬਾਰੇ ਕੁਝ ਸੋਚਿਆ ਹੋਣਾ, ਸਾਡੇ ਜਿਮ ਖੁੱਲ੍ਹ ਜਾਣਗੇ, ਅੱਜ ਨਹੀਂ 10 ਦਿਨ ਬਾਅਦ, 15 ਦਿਨ ਬਾਅਦ, 20 ਦਿਨ ਬਾਅਦ ਖੁੱਲ੍ਹ ਜਾਣਗੇ। ਬਟ ਉਹਦੇ ਸਾਡੇ ਜਿਮ ਦਾ ਕਿਤੇ ਨਾ ਹੀ ਨਹੀਂ ਆਉਂਦਾ, ਸਾਡੇ ਜਿਮ ਦਾ ਕਿਤੇ ਵੀ ਨਹੀਂ ਆਉਂਦਾ। ਉਹ ਸ਼ਾਪਸ 12 ਵਜੇ ਤੱਕ ਓਪਨ, 1 ਵਜੇ ਤੱਕ ਓਪਨ, 3 ਵਜੇ ਤੱਕ ਓਪਨ, 5 ਵਜੇ ਤੱਕ ਓਪਨ। ਉਹ ਭਰਾਓ ਇੱਕ ਜਿਮ ਵੀ ਹੈਗਾ, ਉਹਦੇ ਬਾਰੇ ਵੀ ਸੋਚ ਲਓ। ਉਹ ਵੀ ਕਿ ਇੰਡਸਟਰੀ ਛੋਟੀ ਨਹੀਂ ਬਹੁਤ ਵੱਡੀ ਹੈ। ਇਲੈਕਸ਼ਨਸ ਦੇ ਵਿੱਚ ਤੁਸੀਂ ਪਤਾ ਕੀ ਕਹਿਣਾ, ਉਹ ਯਾਰ ਭਲਵਾਨ ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਫਲਾਣੇ ਜਿਮ ਵਾਲਾ ਉਹਨੂੰ ਬੁਲਾਓ, ਇਹਦੇ ਪਿੱਛੇ ਯੂਥ ਹੈ, ਇਹਨੂੰ ਬੁਲਾਓ, ਇਹਨੂੰ ਬੁਲਾਓ, ਇਹਦੇ ਪਿੱਛੇ ਮੁੰਡੇ ਬਥੇਰੇ ਆ। ਇਸ ਵਾਰ ਕਿਹਨੂੰ ਬੁਲਾਉਂਗੇ? ਇਸ ਵਾਰ ਸਾਰੇ ਤਪੇ ਪਏ ਆ, ਸਾਰੇ ਯੂਥ ਤਪਿਆ ਪਿਆ। ਇਸ ਟਾਈਮ ਤੇ ਮੀਡੀਆ 'ਚ ਕਈ ਬੰਦੇ ਕਹਿੰਦੇ ਕਿ ਹਾਂ ਵੀ 2022 ਦੇ ਇਲੈਕਸ਼ਨ ਉਦੋਂ ਦੇਖ ਲਿਓ, ਬਥੇਰੇ ਪਰਸੈਂਟਸ ਕਹਿੰਦੇ ਆ। ਉਹ ਮੈਂ ਕਹਿੰਦਾ ਇਹ ਚੀਜ਼ ਸਹੀ ਸਾਬਤ ਨਾ ਕਰੋ ਤਾਂ ਵਧੀਆ ਰਹੇਗਾ। ਕਿਉਂ? ਸਾਡੇ ਵੀ ਜਿਮ ਖੁੱਲ੍ਹੇ ਜਾਣਗੇ, ਸਾਨੂੰ ਵੀ ਐਕਸਰਸਾਈਜ਼ ਲੱਗੂਗੀ, ਨਾਲ ਅਸੀਂ ਵੀ ਆਪਣੇ ਮੁੰਡਿਆਂ ਨਾਲ ਐਕਸਰਸਾਈਜ਼ ਲਵਾਵਾਂਗੇ। ਥੋੜੇ ਮੈਨੂੰ ਇੰਨਾ ਪਤਾ ਕਿ ਥੋੜੇ ਮੁੰਡੇ ਤਾਂ ਨਸ਼ਿਆਂ 'ਚ ਲੱਗ ਵੀ ਗਏ ਹੋਣਗੇ। ਜਦ ਮੈਂ ਲੱਗ ਸਕਦਾ, ਫੈਮਿਲੀ ਪ੍ਰੋਬਲਮ ਕਿਹਨੂੰ ਨਹੀਂ ਹੁੰਦੀ, ਹਰੇਕ ਨੂੰ ਹੁੰਦੀ ਆ। ਪਰ ਆਪਾਂ ਇਹ ਕਹਿੰਦੇ ਕਿ ਅਗਰ ਐਕਸਰਸਾਈਜ਼ ਲੱਗਣਗੇ ਤਾਂ ਉਹ ਚੀਜ਼ਾਂ ਤੋਂ ਦੂਰ ਹੋਣਗੇ। ਕਿਉਂ? ਇੱਕ ਦਿਨ ਪਸੀਨਾ ਕੱਢਣਗੇ, 2 ਦਿਨ ਕੱਢਣਗੇ, ਹੌਲੀ ਹੌਲੀ ਆਪ ਹੀ ਇਸ ਚੀਜ਼ ਤੋਂ ਦੂਰ ਹੋ ਸਕਦੇ ਆ। ਕਿਉਂਕਿ ਹਜੇ ਇੰਨੇ ਪੱਕੇ ਨਸ਼ੇੜੀ ਨਹੀਂ ਹੋਏ ਹੋਣਗੇ। ਜਿਹੜੇ ਪੱਕੇ ਹੋਣਗੇ ਉਹਨਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੋ ਦੇਖ ਸਕਦੇ ਹੋ ਵੀ ਕਿੱਦਾਂ ਜੋ ਕਹਿ ਸਕਦੇ ਆ ਜਿਮ ਮਾਲਕ ਨੇ, ਜਿਮ ਟ੍ਰੇਨਰ ਨੇ, ਨਸ਼ਿਆਂ 'ਚ ਆਪ ਹੀ ਨਸ਼ਿਆਂ 'ਚ ਲੱਗ ਚੁੱਕੇ ਹੋਏ ਨੇ, ਆਪ ਉਹ ਸ਼ਰਾਬਾਂ ਪੀਣ ਲੱਗ ਗਏ ਨੇ। ਪਰ ਹਜੇ ਤੱਕ ਸ਼ਾਇਦ ਸਰਕਾਰ ਦੇ ਕੰਨਾਂ ਤੇ
ਜੂੰ ਨਹੀਂ ਸਿਰਕ ਰਹੀ। ਇਹ ਨਹੀਂ ਕਹਿੰਦੇ ਵੀ ਸਾਡਾ ਕੰਮ ਤੁਸੀਂ ਖੋਲ੍ਹ ਹੀ ਦਿਓ, ਇਹ ਕਹਿੰਦੇ ਨੇ ਵੀ ਸਾਡੇ ਜੋ ਹੈ ਸਾਨੂੰ ਕੋਈ ਭੱਤਾ ਦੇ ਦਿਓ, ਸਾਡੇ ਜੋ ਬਿਜਲੀ ਦੇ ਬਿੱਲ ਆ ਰਹੇ ਉਹੀ ਮਾਫ ਕਰ ਦਿਓ, ਉਹੀ ਘਟਾ ਦਿਓ, ਜੇ ਮਾਫ ਨਹੀਂ ਕਰ ਸਕਦੇ ਤਾਂ ਕੁਝ ਘਟਾ ਦਿਓ ਵੀ ਸਾਡੇ ਜੋ ਖਰਚਾ ਚੱਲ ਸਕੇ ਘਰ ਦਾ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾਮੈਨ ਦਰਸ਼ੀ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।